वाहिगुरू जी का खालसा वाहिगुरू जी की फतेह। वर्ल्ड वाइड स्कूप वैलफेयर सोसाइटी पिंड घुड़का एक बहुत बड़ा जिहड़ा उद्यम उपराला ਧੀਆਂ ਨੂੰ ਜਿਹੜਾ ਆ ਸਮਾਜ ਦੇ ਵਿੱਚ ਮਾਣ ਦਾ ਮਾਣ ਸਤਿਕਾਰ ਦਿਵਾਉਣ ਦੇ ਲਈ ਉਹ ਜਿਹੜੇ ਹਰ ਸਾਲ ਆ ਬਹੁਤ ਵੱਡੇ ਜਿਹੜੇ ਉਪਰਾਲੇ ਆ ਇਸ ਸੰਸਥਾ ਵੱਲੋਂ ਕੀਤੇ ਜਾਂਦੇ ਆ। ਪਿੰਦੂ ਜੌਲ, ਸਤਨਾਮ ਸਿੰਘ ਬਾੜਾ, ਇਹ ਜੋ ਪਰਿਵਾਰ ਹੈਗੇ ਆ ਪਿਛਲੇ ਕਰੀਬ 1 ਦਹਾਕੇ ਤੋਂ ਜ਼ਿਆਦਾ ਸਾਲ ਹੋ ਚੁੱਕੇ ਆ। ਹਰ ਸਾਲ ਜੋ ਧੀਆਂ ਦੀ ਲੋਹੜੀ ਦਾ ਸਮਾਗਮ ਆ ਇੱਥੇ ਮਨਾਇਆ ਜਾਂਦਾ ਆ। ਅੱਜ ਅਸੀਂ ਮੌਜੂਦ ਹਾਂ ਪਿੰਡ ਘੁੜਕਾ ਦੇ ਜੌਲ ਫਾਰਮ ਵਿਖੇ, ਜਿੱਥੇ ਤੁਸੀਂ ਦੇਖ ਸਕਦੇ ਆ ਕਿ ਹਜ਼ਾਰਾਂ ਦੀ ਗਿਣਤੀ ਵਿੱਚ ਜਿਹੜੀਆਂ ਨਵ ਜਨਮੀਆਂ ਬੱਚੀਆਂ ਹੈਗੀਆਂ ਆ ਉਹਨਾਂ ਨੂੰ ਲੈ ਕੇ ਉਹਨਾਂ ਦੇ ਮਾਪੇ ਜਿਹੜੇ ਆ ਇੱਥੇ ਪਹੁੰਚੇ ਆ। ਇੱਕ ਬਹੁਤ ਵੱਡਾ ਧੀਆਂ ਦੀ ਲੋਹੜੀ ਦਾ ਜਿਹੜਾ ਇੱਕ ਸੰਗਰਾਮ ਆਪਾਂ ਕਹਿ ਸਕਦੇ ਆ ਇੱਥੇ ਅੱਜ ਮਨਾਇਆ ਜਾ ਰਿਹਾ। 5100 ਧੀ ਜਿਹੜੀ ਆ ਉਹਦੀ ਅੱਜ ਇੱਥੇ ਲੋਹੜੀ ਜਿਹੜੀ ਆ ਉਹ ਪਾਈ ਜਾ ਰਹੀ ਆ। ਤੇ ਇਹ ਜਿਹੜੇ ਸਾਰੇ ਉਦਮ ਉਪਰਾਲੇ ਆ ਇਹਨਾਂ ਦੇ ਵਿੱਚ ਪਿੰਦੂ ਜੌਲ ਉਹਨਾਂ ਦੀ ਸੰਸਥਾ ਵਰਲਡ ਵਾਈਡ ਸਕੋਪ ਜੋ ਕਿ ਬੇਸਿਕਲੀ ਯੂਕੇ ਤੋਂ ਇਹ ਸਾਰਾ ਆਰਗੇਨਾਈਜ਼ ਕਰਦੇ ਆ। ਪਿੰਡ ਜੌਲ ਫਾਰਮ ਵਿਖੇ ਹਰ ਸਾਲ ਜਿਹੜੇ ਆ ਸਮਾਗਮ ਕੀਤੇ ਜਾਂਦੇ ਆ। ਦੇ ਇਹਦੇ ਵਿੱਚ ਸ਼ਮੂਲੀਅਤ ਦੀ ਗੱਲ ਕਰੀਏ ਤਾਂ ਪੰਜਾਬ ਦੇ ਜਿਹੜੇ ਆ ਨਾਮਵਰ ਜਿਹੜੇ ਰਾਜਨੀਤਿਕ ਸ਼ਖਸੀਅਤਾਂ ਹੈਗੀਆਂ ਆ, ਚਾਹੇ ਉਹ ਕਿਸੇ ਵੀ ਰਾਜਨੀਤਿਕ ਪਾਰਟੀ ਨਾਲ ਸੰਬੰਧ ਰੱਖਦੀਆਂ ਆ, ਉਹ ਹਰ ਵਾਰ ਇੱਥੇ ਸ਼ਮੂਲੀਅਤ ਕਰਦੀਆਂ ਆ। ਪੰਜਾਬ ਦੀ ਗਾਇਕੀ ਦੀ ਗੱਲ ਕਰੀਏ ਤਾਂ ਬਹੁਤ ਵੱਡੇ ਜਿਹੜੇ ਨਾਮਵਰ ਚਿਹਰੇ ਹੈਗੇ ਆ ਹਰ ਸਾਲ ਇੱਥੇ ਉਹ ਵੀ ਸ਼ਮੂਲੀਅਤ ਕਰਦੇ। ਅੱਜ ਦੇ ਸਮਾਗਮ ਵਿੱਚ ਵੀ ਵੱਡੇ ਜਿਹੜੇ ਪੰਜਾਬ ਦੇ ਗਾਇਕ ਹੈਗੇ ਆ ਉਹ ਵੀ ਇੱਥੇ ਪਹੁੰਚ ਕੇ ਆਪਣੀ ਹਾਜ਼ਰੀ ਲਵਾਉਣਗੇ, ਧੀਆਂ ਨੂੰ ਆਸ਼ੀਰਵਾਦ ਦੇਣਗੇ। ਸੋ ਅੱਜ ਆਪਾਂ ਇਹ ਸਾਰਾ ਸਮਾਗਮ ਆ ਦੇਖਾਂਗੇ ਵੀ ਔਰ ਤੁਹਾਨੂੰ ਦਿਖਾਵਾਂਗੇ ਵੀ ਨਾਮਵਰ ਸ਼ਖਸੀਅਤਾਂ ਉਹਨਾਂ ਨਾਲ ਗੱਲਬਾਤ ਕਰਾਂਗੇ, ਬੱਚਿਆਂ ਦੇ ਮਾਪਿਆਂ ਨਾਲ ਗੱਲਬਾਤ ਕਰਾਂਗੇ ਜਿਹੜੇ ਇੱਥੇ ਆਪਣੇ ਬੱਚਿਆਂ ਨੂੰ ਲੈ ਕੇ ਆ ਰਿਹਾ ਤੇ ਕਿਹੋ ਜਿਹਾ ਇੱਥੇ ਮਾਹੌਲ ਹੈਗਾ ਆ ਜਾਂ ਕੀ ਇੱਥੇ ਕੰਮ ਹੈਗੇ ਜਾਂ ਕੀਤੇ ਜਾਂਦੇ ਜਾਂ ਲੋਹੜੀ ਕਿਹੋ ਜਿਹੀ ਜਿਹੜੀ ਮਨਾਈ ਜਾਣੀ ਆ, ਉਹ ਸਾਰੀਆਂ ਚੀਜ਼ਾਂ ਆਪਾਂ ਅੱਜ ਤੁਹਾਡੇ ਨਾਲ ਇੱਥੇ ਸਾਂਝਾ ਕਰਾਂਗੇ। ਸੋ ਬੜਾ ਖੂਬਸੂਰਤ ਲਿਖਿਆ ਮੈਂ ਤੇਰੇ ਘਰ ਜਨਮੀ ਮੇਰਾ ਕੋਈ ਬੋਝ ਨਾ ਸਮਝੀ ਮਾਂ ਜਿਹੜਾ ਦਿਲ ਨੂੰ ਲੱਗੇ ਕੋਈ ਵਿਯੋਗ ਨਾ ਸਮਝੇ ਮਾਂ। ਕਿ ਅਕਸਰ ਧੀ ਜੰਮਦੀ ਆ ਮਾਪੇ ਸਿਰ ਸੁੱਟ ਲੈਂਦੇ ਧੀ ਆ ਗਈ, ਪਰ ਅੱਜ ਦਾ ਜਿਹੜਾ ਮਾਹੌਲ ਆ ਉਹ ਦੇਖ ਕੇ ਥੈਂਕਸ ਕਰਦੇ ਆ ਪਿੰਦੂ ਜੌਲ ਜੀ ਔਰ ਸਰਬਜੀਤ ਸਿੰਘ ਜੀ ਰਾਏ ਜਿਨ੍ਹਾਂ ਨੇ ਇਹ ਮਾਹੌਲ ਹੀ ਬਦਲ ਦਿੱਤਾ। ਮੈਂ ਤੇਰੇ ਘਰ ਜਨਮੀ ਮੇਰਾ ਕੋਈ ਬੋਝ ਨਾ ਸਮਝੇ ਮਾਂ ਜਿਹੜਾ ਦਿਲ ਨੂੰ ਲੱਗੇ ਕੋਈ ਵਿਯੋਗ ਨਾ ਸਮਝੇ ਮਾਂ। ਮੈਂ ਠੰਡੀਆਂ ਮਿੱਠੀਆਂ ਸ਼ਾਮਾਂ ਤੇ ਮੈਂ ਠੰਡੀਆਂ ਮਿੱਠੀਆਂ ਸ਼ਾਮਾਂ ਸਭ ਰੁੱਤਾਂ ਵਰਗੀਆਂ ਠੰਡੀਆਂ ਮਿੱਠੀਆਂ ਸ਼ਾਮਾਂ ਤੇ ਸਭ ਰੁੱਤਾਂ ਵਰਗੀਆਂ ਨਾ ਮੈਨੂੰ ਮਾਂ ਨਾ ਮੈਨੂੰ ਦੁਰਕਾਰੀ ਮੈਂ ਵੀ ਪੁੱਤਾਂ ਵਰਗੀਆਂ ਮੈਨੂੰ ਭੁੱਖ ਦੇ ਵਿੱਚ ਨਾ ਮਾਰੀ ਮੈਂ ਵੀ ਪੁੱਤਾਂ ਵਰਗੀਆਂ। ਸੋ ਆਖਰੀ ਲਾਈਨ ਬਾਬੁਲ ਤੇਰੀ ਪਗੜੀ ਹੋ ਨਾ ਦੇਂਦੀ ਮੈਂ ਕਿਸੇ ਵੀ ਸੱਥ ਵਿੱਚ ਤੈਨੂੰ ਸਿਰ ਝੁਕਾਉਣ ਨਾ ਦਿੰਦੀ ਮੈਂ। ਮੇਰਾ ਨਾ ਕੋਈ ਦੁੱਖ ਸਮਝੇ ਮੇਰਾ ਨਾ ਕੋਈ ਦੁੱਖ ਸਮਝੇ ਮੈਂ 100 ਸੁੱਖਾਂ ਵਰਗੀਆਂ ਮੇਰਾ ਨਾ ਕੋਈ ਦੁੱਖ ਸਮਝੇ 100 ਸੁੱਖਾਂ ਵਰਗੀਆਂ ਨਾ ਮੈਨੂੰ ਮਾਂ ਨਾ ਮੈਨੂੰ ਦੁਰਕਾਰੀ ਮੈਂ ਵੀ ਪੁੱਤਾਂ ਵਰਗੀਆਂ ਮੈਨੂੰ ਭੁੱਖ ਦੇ ਵਿੱਚ ਨਾ ਮਾਰੀ ਮੈਂ ਵੀ ਪੁੱਤਾਂ ਵਰਗੀਆਂ ਨਾ ਇਹ ਕਹਿਰ ਗੁਜ਼ਾਰੀ ਮੈਂ ਵੀ ਪੁੱਤਾਂ ਵਰਗੀ
ਸਾਰੇ ਪੁੱਤਾਂ ਦੀ ਲੋਹੜੀਆਂ ਪਾਉਂਦੇ ਆ, ਪਰ ਕਈ ਵਾਰੀ ਧੀਆਂ ਵਾਰ ਨੂੰ ਮਨ ਪਤਾ ਨਹੀਂ ਕਿਉਂ ਪਿਛੜ ਹੋਣ ਲੱਗ ਪੈਂਦਾ। ਪਰ ਅੱਜ ਕੱਲ੍ਹ ਹੁਣ ਮਾਹੌਲ ਥੋੜਾ ਚੇਂਜ ਹੋ ਗਿਆ, ਇਸ ਕਰਕੇ ਘੁੜਕੇ ਪਿੰਡ ਦੇ ਵਿੱਚ ਇੱਕ ਸੰਸਥਾ ਬਿੰਦੂ ਜੌਲ ਸਾਹਿਬ ਦੀ ਜਿਹੜੀ ਧੀਆਂ ਨੂੰ ਬਹੁਤ ਪਿਆਰ ਕਰਦੀ ਹੈ ਔਰ ਧੀਆਂ ਦੀ ਲੋਹੜੀ ਪਾਉਂਦੀ ਹਰੇਕ ਸਾਲ। ਇਸ ਵਾਰ 5100 ਧੀਆਂ ਦੀ ਲੋਹੜੀ ਪਾਈ ਜਾ ਰਹੀ ਆ। ਉਹ ਪੁੱਤਰਾਂ ਦੇ ਸਭ ਸ਼ਗਨ ਮਨਾਉਂਦੇ ਧੀ ਵਾਰੀ ਮੱਥੇ ਵੱਟ ਪਾਉਂਦੇ। ਹੋ ਬੇਕਦਰੀ ਨਾ ਕਰੋ ਬੇ ਲੋਕੋ, ਬੇਕਦਰੀ ਨਾ ਕਰੋ ਬੇ ਲੋਕੋ, ਰੱਬ ਦੀਆਂ ਜੀਆਂ ਦੀ ਚੁੱਕ ਚੁੱਕ ਜੀਵੇ ਬਿੰਦੂ ਜੋਲ ਜੋ ਲੋੜੀ ਪਾਉਂਦਾ ਧੀਆਂ ਦੀ। ਕੀਤਾ ਕਿ ਇਸ ਸੰਸਥਾ ਨੂੰ ਸਮਾਜਿਕ ਜਿਹੜੀ ਸੰਸਥਾ ਹੈਗਾ ਉਹਦੇ ਰੂਪ ਦੇ ਵਿੱਚ ਇਹਨੂੰ ਪੇਸ਼ ਕੀਤਾ ਜਾਵੇ ਔਰ 11-12 ਤੋਂ ਸਾਲ 11-12 ਤੋਂ ਅਸੀਂ ਲਗਾਤਾਰ ਜਿਹੜਾ ਲੋਹੜੀ ਦਾ ਪ੍ਰੋਗਰਾਮ ਇੱਥੇ ਕਰਦੇ ਹਾਂ ਔਰ ਤਕਰੀਬਨ ਮੇਰਾ ਖਿਆਲ 10-11 ਹਜ਼ਾਰ ਦੇ ਕਰੀਬ ਬੱਚੀਆਂ ਦੀ ਲੋਹੜੀ ਜਿਹੜੀ ਹੈ ਉਹ ਅਸੀਂ ਪਾ ਚੁੱਕੇ ਹਾਂ ਹੁਣ ਤੱਕ ਔਰ 100 ਦੇ ਕਰੀਬ ਜਿਹੜੀਆਂ ਬੱਚੀਆਂ ਹੈਗੀਆਂ ਜੋ ਲੋੜਵੰਦ ਸੀਗੀਆਂ ਉਹਨਾਂ ਦੇ ਅਸੀਂ ਵਿਆਹ ਕੀਤੇ ਆ ਇੱਥੇ ਇਸ ਸੰਸਥਾ ਵੱਲੋਂ। ਔਰ ਸੰਸਥਾ ਜਿਹੜੀ ਹੈ ਹੋਰ ਬਹੁਤ ਜ਼ਿਆਦਾ ਜਿਹੜੇ ਸਮਾਜਿਕ ਨਾਲ ਜੁੜੇ ਹੋਏ ਕੰਮ ਹੈਗੇ ਆ ਉਹ ਅਸੀਂ ਕਰਦੇ ਹਾਂ ਹਰੇਕ ਸਾਲ। ਜਿਵੇਂ ਕਿਸੇ ਲੋੜਵੰਦ ਹੈਗੇ ਉਹਨਾਂ ਦੀ ਸਹਾਇਤਾ ਕਰਦੇ ਆ। ਉਸ ਤੋਂ ਇਲਾਵਾ ਆਪਣੇ ਵਰਲਡ ਜਿਹੜੇ ਸੰਸਥਾ ਵੱਲੋਂ ਜਿਹੜੇ ਬਲੱਡ ਡੋਨੇਸ਼ਨ ਕੈਂਪ ਅਸੀਂ ਲਾਉਂਦੇ ਹੈਗੇ ਆ। ਉਸ ਤੋਂ ਬਾਅਦ ਜਿਹੜੀਆਂ ਅੱਖਾਂ ਦਾ ਕੈਂਪ ਲਾਉਂਦੇ ਹੈਗੇ ਆ। ਜੇ ਜਿੱਦਾਂ ਫੌਗ ਦਾ ਪਿੱਛੇ ਸਿਸਟਮ ਸੀਗਾ, ਫੌਗਿੰਗ ਕਰਾਈ ਹੈਗੀ ਆ ਬਹੁਤ ਜ਼ਿਆਦਾ ਜਦੋਂ ਕਰੋਨਾ ਆ ਗਿਆ ਸੀਗਾ। ਕਰੋਨਾ ਦੇ ਵਿੱਚ ਮੈਡੀਸਨ ਬਹੁਤ ਦਿੱਤੀਆਂ ਅਸੀਂ ਔਰ ਇਹ ਸੰਸਥਾ ਜਿਹੜੀ ਹੈ ਉਹ ਵੱਧ ਚੜ੍ਹ ਕੇ ਹਰੇਕ ਸਾਲ ਜਿਹੜੀ ਆ ਉਹ ਸਮਾਜ ਸੇਵਾ ਦੇ ਕੰਮਾਂ ਦੇ ਵਿੱਚ ਵਿਚਰ ਰਹੀ ਹੈ। ਉਹ ਇਸ ਸਮਾਜ ਸੇਵਾ ਦੇ ਜਿਹੜੇ ਮੈਂਬਰਸ ਨੇ ਮੈਂ ਗੁਜ਼ਾਰਿਸ਼ ਕਰਾਂਗਾ ਸਾਰਿਆਂ ਨੂੰ, ਵਾਰਸ ਬ੍ਰਦਰਸ ਜਿਹੜੇ ਨੇ ਉਹ ਸਾਡੇ ਮੇਨ ਪੈਟਰਨ ਨੇ ਔਰ ਉਹਨਾਂ ਦੀ ਛਤਰਛਾਇਆ ਦੇ ਸਾਡਾ ਪਰਿਵਾਰ ਹੈ। ਪਰਿਵਾਰ ਦੇ ਨਾਲ ਅਸੀਂ ਲੱਗ ਕੇ ਸਾਰਾ ਇਹ ਕੰਮ ਕਰਦੇ ਹਾਂ। ਇਸ ਦੇ ਵਿੱਚ ਮੈਂ ਮੰਚ ਤੇ ਇਨਵਾਈਟ ਕਰੂੰਗਾ ਸਾਡੇ ਸੰਸਥਾਪਕ ਪਿੰਦੂ ਜੌਲ ਜੀ ਮੰਚ ਤੇ ਆ ਜਾਣ। ਆਪਣੇ ਵਾਰਸ ਬ੍ਰਦਰ ਮਨਮੋਹਨ ਪਾਰਸ ਭਾਜੀ, ਬਾੜਾ ਭਾਜੀ, ਅਸ਼ਵਨੀ ਭਾਜੀ, ਅਮਰੀਕ ਸੈਣੀ ਜੀ, ਸਾਡੇ ਚੇਅਰਮੈਨ ਨੇ ਹਰਦੀਪ ਤੱਗੜ ਜੀ, ਉਹ ਸਾਰੇ ਮੰਚ ਤੇ ਆ ਜਾਣ। ਅਨੂਪ ਕੌਸ਼ਲ ਜੀ ਹੈ, ਰਿੰਕੂ ਜੀ, ਬਲਦੇਵ ਸਿੰਘ ਟਾਈਗਰ ਉਹ ਸਾਡੇ ਵਿਚਕਾਰ ਹਜੇ ਤੱਕ ਨਹੀਂ ਮੇਰੇ ਖਿਆਲ ਆਏ। ਦਲਜੀਤ ਪੱਟੀ ਜੀ, ਜੋਗਿੰਦਰ ਸਿੰਘ ਜੀ, ਤਲੋਚਨ ਜੋਲ ਜੀ ਸਾਡੇ ਚਾਚਾ ਜੀ, ਇਹ ਵੀ ਸਟੇਜ ਤੇ ਆ ਜਾਣ। ਜਿਹੜੇ ਸੰਸਥਾ ਦੇ ਮੈਂਬਰਸ ਨੇ ਉਹਨਾਂ ਨੂੰ ਰੂਬਰੂ ਕਰਾਉਣ ਜਾ ਰਹੇ ਹਾਂ ਔਰ ਸਾਡੇ ਤੇ ਹਮੇਸ਼ਾ ਹੀ ਸੰਤਾਂ ਮਹਾਂਪੁਰਸ਼ਾਂ ਦਾ ਆਸ਼ੀਰਵਾਦ ਰਿਹਾ ਹੈ। ਸੰਤ ਮਹਿੰਦਰਪਾਲ ਜੀ ਪੰਡਵਾ ਤੋਂ, ਸੰਤ ਗੁਰਚਰਨ ਸਿੰਘ ਜੀ ਪੰਡਵਾ ਤੋਂ ਹਰ ਇੱਕ ਸਾਲ ਸਾਡੇ ਵਿੱਚ ਆ ਕੇ ਸਾਨੂੰ ਆਸ਼ੀਰਵਾਦ ਦਿੰਦੇ ਨੇ ਔਰ ਸਾਡੇ ਮਾਰਗਦਰਸ਼ਨ ਕਰਦੇ ਰਹਿੰਦੇ ਨੇ ਸਾਡਾ। ਤੇ ਭਾਜੀ ਮਨਮੋਹਨ ਪਾਰਸ ਭਾਜੀ, ਜਗਜੀਤ ਜੋੜਾ ਜੀ, ਜੋੜਾ ਬ੍ਰਦਰਸ, ਇਹ ਸਾਡੀ ਟੀਮ ਹੈ ਜੀ। ਸਾਰੇ ਸਾਡੇ ਭਾਜੀ ਪਿੰਦੂ ਜੌਲ ਜੀ ਪਹਿਲੀ ਵਾਰ ਸਾਡੇ ਵਿਚਕਾਰ ਆਏ ਨੇ। ਪਹਿਲਾਂ ਤਾਂ ਲਾਈਵ ਹੀ ਦੇਖਦੇ ਸੀਗੇ, ਲਾਈਵ ਹੀ ਪ੍ਰੋਗਰਾਮ ਕਰਦੇ ਸੀਗੇ। ਥੈਂਕ ਯੂ। ਸਾਰਿਆਂ ਨੂੰ ਪਹਿਲਾਂ ਬਹੁਤ ਬਹੁਤ ਮੁਬਾਰਕਾਂ ਲੋਹੜੀ ਦੀਆਂ, ਧੀਆਂ ਦੀ ਲੋਹੜੀ ਦੀਆਂ। ਸਾਡੇ ਸਾਰੇ ਜਿਹੜੇ ਮਾਪੇ ਆਪਣੀਆਂ ਨਵਜੰਮੀਆਂ ਬੱਚੀਆਂ ਨੂੰ ਲੈ ਕੇ ਆਏ ਆ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ। ਤੁਹਾਡੀਆਂ ਗੋਦੀਆਂ 'ਚ ਬੱਚੀਆਂ ਬੈਠੀਆਂ ਇੱਦਾਂ ਲੱਗਦੀਆਂ ਜਿੱਦਾਂ ਕਿਸੇ ਬਾਗ ਵਿੱਚ ਬਹੁਤ ਪਿਆਰੇ ਪਿਆਰੇ ਫੁੱਲ ਖਿੜੇ ਹੁੰਦੇ ਆ। ਸੋ ਦੁਆਵਾਂ ਸਾਰਿਆਂ ਦੀਆਂ ਇਹਨਾਂ ਦੇ ਨਾਲ ਬਹੁਤ
ਤੰਦਰੁਸਤ ਤਰੱਕੀਆਂ ਵਾਲਾ ਜੀਵਨ ਜਿਉਣ ਇਹ ਸਾਰੀਆਂ। ਵਰਲਡ ਵਾਈਡ ਸਕੂਲ ਵੈਲਫੇਅਰ ਸੁਸਾਇਟੀ ਹੈ ਜਿਹੜੀ UK, ਉਹਦੇ 2 ਥੰਮ ਨੇ ਤੇ ਸਬੱਬੀ ਦੋਨੋਂ ਹੀ ਮੇਰੀ ਸਾਈਡ ਤੇ ਖੜੇ ਨੇ। ਇੱਧਰ ਸਾਡੇ ਵੱਡੇ ਭਰਾ ਆ ਸਰਦਾਰ ਸਤਨਾਮ ਸਿੰਘ ਬਾੜਾ ਸਾਹਿਬ ਤੇ ਇੱਧਰ ਪਿੰਦੂ ਜੌਲ ਜੀ। ਬਾਕੀ ਅਸੀਂ ਸਾਰੇ ਰਾਏ ਸਾਹਿਬ ਤੇ ਬਾਕੀ ਸਾਰੇ ਜਿਹੜੇ ਸੱਜਣ ਆ, ਅਸੀਂ ਇਹਨਾਂ ਦੇ ਨਾਲ ਤੁਰੇ ਹੋਏ ਆ। ਬਹੁਤ ਚੰਗੀ ਸੋਚ ਲੈ ਕੇ ਇਹ ਸਾਡੇ ਦੋਨੋਂ ਭਰਾ ਤੁਰੇ ਆ ਕਿ ਅਸੀਂ ਬੜਾ ਮਾਣ ਮਹਿਸੂਸ ਕਰਦੇ ਹਾਂ ਇਸ ਸੰਸਥਾ ਨਾਲ ਜੁੜ ਕੇ। ਪਹਿਲਾਂ ਅੱਖਾਂ ਦੇ ਕੈਂਪ ਲਾਏ ਗਏ ਆ, ਖੂਨਦਾਨ ਕੈਂਪ, ਜ਼ਰੂਰਤਮੰਦ ਬੱਚੀਆਂ ਦੇ ਵਿਆਹ ਤੇ ਧੀਆਂ ਦੀ ਲੋਹੜੀ ਪਹਿਲਾਂ 500 ਬੱਚੀਆਂ ਤੋਂ ਸ਼ੁਰੂ ਕੀਤੀ ਸੀ। ਤੁਹਾਡੇ ਵਿੱਚ ਉਤਸ਼ਾਹ ਇੰਨਾ ਆ, ਤੁਹਾਡੇ ਕਰਕੇ ਅਸੀਂ ਥੋੜ੍ਹਾ ਇਹਨੂੰ ਵੱਡੀ ਕਰ ਸਕਦੇ ਹਾਂ, ਤੁਸੀਂ ਕਰਨਾ ਜਿਹੜੇ ਪੇਰੈਂਟਸ ਆ, ਤੁਹਾਡੇ ਵਿੱਚ ਇੰਨਾ ਉਤਸ਼ਾਹ ਆ, ਮਾਣ ਮਹਿਸੂਸ ਕਰਦੇ ਆ ਤੁਸੀਂ ਬੇਟੀ ਦੇ ਜਨਮ ਤੇ ਕਿ ਤੁਸੀਂ ਸਾਡੇ ਇਸ ਜਗ੍ਹਾ ਨੂੰ ਆ ਕੇ 4 ਚੰਨ ਲਾ ਦਿੰਦੇ ਆ। ਤੇ ਅਸੀਂ ਸਾਰਾ ਸਾਲ ਜਦੋਂ ਵੀ ਇੱਥੇ ਕਦੇ ਆਨੇ ਆ, ਸਾਨੂੰ ਇੱਦਾਂ ਹੀ ਤੁਹਾਡੇ ਹੱਸਦੇ ਚਿਹਰੇ, ਸਾਡੀਆਂ ਪਿਆਰੀਆਂ ਬੱਚੀਆਂ ਇੱਦਾਂ ਹੀ ਅੱਖਾਂ 'ਚ ਸਾਨੂੰ ਦਿਸਦੀਆਂ ਰਹਿੰਦੀਆਂ ਉਹ ਸਾਰਾ ਸਾਲ। ਤੇ ਹੋਰ ਬਹੁਤ ਸਾਰੇ ਕੰਮ ਜਿਹੜੇ ਰਾਏ ਸਾਹਿਬ ਨੇ ਦੱਸੇ ਆ ਉਹ ਕੀਤੇ ਆ ਤੇ ਕੁਝ ਹੋਰ ਅੱਗੇ ਕਰਨਾ ਚਾਹੁੰਦੇ ਆ। ਇੱਕ ਇੱਥੇ ਬਜ਼ੁਰਗਾਂ ਦੇ ਦੇਖਭਾਲ ਲਈ ਇੱਕ ਬਿਰਧ ਆਸ਼ਰਮ ਖੋਲ੍ਹਣਾ ਚਾਹੁੰਦੇ ਆ ਸਾਡੇ ਇਹ ਵੀਰ, ਪਰ ਕਰੋਨਾ ਦੇ ਜਿਹੜੇ ਚੱਲਣ ਨਾਲ ਥੋੜ੍ਹਾ ਜਿਹਾ ਸਾਰੇ ਕੰਮ ਪਿੱਛੇ ਪੈ ਗਏ ਆ। ਇੱਕ ਤਾਂ ਉਹ ਚਲਾਉਣਾ ਆ ਨਵਾਂ ਕੰਮ ਤੇ ਉਹ ਥੋੜ੍ਹਾ ਪਿੱਛੇ ਪੈ ਗਿਆ। ਤੇ ਬਾਕੀ ਕਰੋਨਾ ਦੇ ਦਿਨਾਂ 'ਚ ਤੁਹਾਨੂੰ ਪਤਾ ਸੈਨੀਟਾਈਜ਼ਰ ਜਿਹੜਾ ਕੀਤਾ ਗਿਆ ਪੂਰੇ ਪੰਜਾਬ ਦੇ ਵਿੱਚ, ਇਕੱਲੇ ਇੱਥੇ ਫਗਵਾੜਾ ਜਾਂ ਆਪਣੇ ਪਿੰਡਾਂ ਵਿੱਚ ਨਹੀਂ, ਸਗੋਂ ਪਟਿਆਲਾ ਤੋਂ ਲੈ ਕੇ ਬਠਿੰਡੇ ਤੱਕ ਪੂਰੀ ਦੂਰ ਤੱਕ ਤੁਹਾਡੇ ਸਹਿਯੋਗ ਨਾਲ, ਤੁਹਾਡੇ ਆਸ਼ੀਰਵਾਦ ਨਾਲ ਇਹ ਜੌਲ ਫਾਰਮ ਘੁੜਕਾ ਦੀ ਜਿਹੜੀ ਇਹ ਗੱਡੀ ਆ ਇਹ ਪਹੁੰਚੀ ਹਰੇਕ ਜਗ੍ਹਾ। ਸੋ ਤੁਸੀਂ ਇਸੇ ਤਰ੍ਹਾਂ ਆਸ਼ੀਰਵਾਦ ਰੱਖੋ ਇਹਨਾਂ ਸੱਜਣਾ ਤੇ ਕਿ ਇਹ ਇਸੇ ਤਰ੍ਹਾਂ ਹਰ ਸਾਲ ਕੁਛ ਨਾ ਕੁਛ ਕਰਦੇ ਰਹਿਣ, ਇਹ ਰੌਣਕਾਂ ਲੱਗਦੀਆਂ ਰਹਿਣ। ਤੇ ਅੱਜ ਦਾ ਜਿਹੜਾ ਦਿਨ ਆ ਬਹੁਤ ਇਤਿਹਾਸਕ ਦਿਨ ਆ ਸਾਡੇ ਲਈ, ਤੁਹਾਡੇ ਲਈ, ਸਾਰਿਆਂ ਲਈ। ਸੋ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਸਾਰਿਆਂ ਨੂੰ ਇੱਕ ਵਾਰੀ ਫਿਰ। ਤੁਸੀਂ ਸਾਡੇ ਵਾਸਤੇ ਸਾਰੇ ਬਹੁਤ ਸਨਮਾਨਯੋਗ ਹੋ। ਤੁਹਾਡੀ ਊਰਜਾ ਕਰਕੇ ਅਸੀਂ ਜਿਹੜਾ ਪ੍ਰੋਗਰਾਮ ਹੈਗਾ ਇੱਥੇ ਤੱਕ ਨੇਪਰੇ ਚੜ੍ਹਨ ਦਾ ਦਮ ਰੱਖਦੇ ਆ। ਤੁਹਾਡੇ ਵਿਚਕਾਰ ਹੁਣ ਮੈਂ ਵਾਰਿਸ ਭਾਜੀ ਨੂੰ ਕਹਾਂਗਾ ਕਿ ਉਹ ਆਪਣਾ ਪ੍ਰੋਗਰਾਮ ਜਿਹੜਾ ਹੈਗਾ ਉਹ ਪੇਸ਼ ਕਰਨ ਤੇ ਉਸ ਤੋਂ ਬਾਅਦ ਲੋਹੜੀ ਦਾ ਪ੍ਰੋਗਰਾਮ ਜਿਹੜਾ ਹੈਗਾ ਉਹ ਜਾਰੀ ਰਹੇਗਾ ਨੀਚੇ। ਤੇ ਵਾਰਿਸ ਭਾਜੀ ਨੂੰ ਮਾਈਕ ਦਿੰਦਾ। ਵਾਰਿਸ ਭਾਜੀ ਹੁਣ ਆਪਣਾ ਪ੍ਰੋਗਰਾਮ ਜਿਹੜਾ ਹੈਗਾ ਉਹ ਕਰਨ। ਥੈਂਕ ਯੂ। ਪਰ ਜਿਹੜਾ ਬੰਦਾ ਪੁੱਛਦਾ ਆ ਉਹ ਪੁੱਛਣ ਤੋਂ ਪਹਿਲਾਂ ਮਾਈਂਡ ਬਣਾ ਲੈਂਦਾ ਕਿ ਇੰਨੇ ਸਾਲਾਂ ਦਾ। ਤੁਸੀਂ ਝੂਠ ਬੋਲੋਗੇ ਤਾਂ ਵੀ ਉਹ ਦਿਲ 'ਚ ਹੱਸੂਗਾ, ਜੇ ਤੁਸੀਂ ਜ਼ਿਆਦਾ ਕਹੋਗੇ ਤਾਂ ਵੀ ਕਹਿਣਾ ਇਹ ਮੇਰੇ ਨਾਲ ਮਖੌਲ ਕਰਦਾ ਹੈ। ਉਹਦੇ ਮਾਈਂਡ 'ਚ ਬਹੁਤ ਬੰਦੇ ਸਵਾਲ ਜਿਹੜਾ ਪੁੱਛਦੇ ਆ ਨਾ, ਉਹ ਜਵਾਬ ਪਹਿਲਾਂ ਹੈਡ 'ਚ ਲੈ ਲੈਂਦੇ ਆ, ਫਿਰ ਜੇ ਤਾਂ ਉਹ ਦੇ ਦਿਓ ਫਿਰ ਉਹ ਬਹੁਤ ਖੁਸ਼ ਆ, ਨਹੀਂ ਤਾਂ ਨਾਰਾਜ਼ ਹੋ ਜਾਂਦੇ। ਸੋ ਜਿਹੜੀ ਉਮਰ ਹੈ ਉਹ ਉਨੀ ਕੁ ਹੁੰਦੀ ਹੈ ਜਿੱਦਾਂ ਦਾ ਬੰਦਾ ਦਿਸਦਾ ਹੋਵੇ। ਸੋ ਬਸ ਐਨੀ ਠੀਕ ਹੈ। ਮੈਂ ਆਪਣੀਆਂ ਮੇਰੇ ਨਾਲ ਬੱਚੀਆਂ ਸੀ ਇੱਥੋਂ ਕਾਲਜ ਤੋਂ ਆਈਆਂ, ਉਹ ਮੈਂ ਉਹਨਾਂ ਨੂੰ ਮਿਲਿਆ, ਉਹਨਾਂ ਦੇ ਟੀਚਰਸ ਨਾਲ ਸੀਗੇ, ਟੀਚਰਾਂ ਨਾਲ ਗੱਲਾਂ ਕਰਨ ਲੱਗ ਪਿਆ। ਮੈਂ ਗੱਲ ਇੱਥੋਂ ਸ਼ੁਰੂ ਕੀਤੀ, ਮੈਂ ਕਿਹਾ ਮੇਰੀ ਡਾਟਰ ਨਾ, ਮੇਰੀ ਜਿਹੜੀ ਧੀ ਆ ਉਹ ਟੀਚਰ ਬਣਨਾ ਚਾਹੁੰਦੀ ਹੈ। ਕਹਿੰਦੇ ਕਿੰਨੇ ਸਾਲਾਂ ਦੀ ਹੈ? ਮੈਂ ਕਿਹਾ ਉਹ 20 ਸਾਲ ਦੀ ਹੈ, 21ਵੇਂ ਸਾਲ 'ਚ। ਕਹਿੰਦੇ ਭਾਜੀ ਤੁਹਾਡੀ ਇੰਨੀ ਉਮਰ ਵੀ ਲੱਗਦੀ ਮੈਨੂੰ। ਕਹਿੰਦੇ ਮੈਂ ਕਿਹਾ ਮੇਰਾ ਮੁੰਡਾ 23 ਸਾਲਾਂ ਦਾ ਹੈ। ਤਾੜੀ ਤਾਂ ਮਾਰੀ ਜਾਓ, ਨਹੀਂ ਤਾਂ ਮੈਨੂੰ ਗਾਣੇ ਗਾਉਣੇ ਪੈਣੇ ਆ। ਜਿਹੜੀ ਇਹ ਗਾਣੇ ਹੀ ਆ, ਇਹ ਤੁਹਾਨੂੰ ਚੰਗੀਆਂ ਲੱਗੂਗੀਆਂ, ਗੱਲਾਂ ਯਾਦ ਆਊਗੀਆਂ ਇਹ ਜੋਕਸ ਮੈਂ ਕਹਿ ਰਿਹਾ। ਮੈਂ ਪਰਸਨਲ ਨਹੀਂ ਕਰ ਰਿਹਾ, ਤੁਹਾਨੂੰ ਇਹਨਾਂ 'ਚੋਂ ਕੁਝ ਸਿੱਖਣ ਨੂੰ ਮਿਲੂਗਾ। ਜਿਹੜੀ ਮੇਰੀ ਡਾਟਰ ਆ, ਮੇਰੀ ਧੀ ਆ, ਉਹ UBC ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਕੈਨੇਡਾ ਪੜ੍ਹਦੀ ਹੈ ਤੇ ਉਹਦਾ ਫੇਵਰਟ ਸਬਜੈਕਟ ਆ, ਸੋਚਣ ਵਾਲੀ ਗੱਲ ਇਹ ਆ
ਇੱਕ ਨਾ ਇੱਕ ਮੇਰੇ ਨਾਲ ਨਾ ਮੁੰਡਾ ਗਾਉਣ ਲੱਗਾ ਸੀ ਭੈਣ ਜੀ, ਤੇ ਉਹ ਹਿੱਟ ਨਹੀਂ ਹੋਇਆ ਲੋਕ। ਫਿਰ ਉਹ ਰੀਅਲਟਰ ਬਣ ਗਿਆ, ਜਿਹੜੇ ਪ੍ਰਾਪਰਟੀ ਡੀਲਰ ਹੁੰਦੇ ਆ, ਬਹੁਤ ਪੈਸੇ ਉਹਨੂੰ ਬਣਾਇਆ। ਉਹ ਮੇਰੇ ਇੱਕ ਫਰੈਂਡ ਨੂੰ ਮਿਲਿਆ, ਉਹ ਕਹਿੰਦਾ ਮੈਂ ਮਨਮੋਹਨ ਵਾਰਸ ਤੋਂ ਸੋਹਣਾ ਗਾਉਂਦਾ ਹੁੰਦਾ ਸੀ ਤੇ ਮੈਂ ਦੇਖਣ ਨੂੰ ਵੀ ਸੋਹਣਾ ਹੁੰਦਾ ਸੀ, ਪਰ ਮੇਰੇ ਫਿਰ ਬੱਚੇ ਸੀਗੇ, ਕਹਿੰਦਾ ਮੈਂ ਉਹਨਾਂ ਨੂੰ ਪਾਲਣਾ ਸੀ, ਉਹਨਾਂ ਨੂੰ ਪੜ੍ਹਾਉਣਾ ਸੀ, ਮੇਰਾ ਉੱਧਰ ਧਿਆਨ ਚਲ ਗਿਆ। ਫਿਰ ਉਹ ਪੰਜਾਬ ਚਲ ਗਿਆ, ਉਹ ਫਿਰ ਮਸ਼ਹੂਰ ਹੋ ਗਿਆ। ਮੇਰਾ ਫਰੈਂਡ ਕਹਿੰਦਾ ਬੱਚੇ ਤਾਂ ਉਹਦੇ ਵੀ UBC ਪੜ੍ਹਦੇ ਆ, ਉੱਧਰ ਉਹਦੇ ਵੀ ਪੜ੍ਹਾ ਲਏਗਾ। ਤੇ ਜਿਹੜੀ ਮੇਰੀ ਬੇਟੀ ਆ, ਤੁਸੀਂ ਹੈਰਾਨ ਹੋਣਾ, ਉਹਦਾ ਫੇਵਰੇਟ ਸਬਜੈਕਟ ਹੈਗਾ ਮੈਥ, ਹਿਸਾਬ, ਗਣਿਤ। ਮੈਥ ਵਿੱਚ ਉਹ ਮਾਸਟਰ ਕਰਨਾ ਚਾਹੁੰਦੀ ਹੈ। ਤੇ ਮੈਂ ਗੱਲ ਕਰਦਾ ਸੀ, ਜਦੋਂ ਇੱਥੋਂ ਮੈਂ ਸਟੇਜ ਤੋਂ ਗਾਣੇ ਸੁਣਦਾ ਆ ਨਾ, ਧੀਆਂ ਵਾਲੇ ਗਾਣੇ, ਆਪਾਂ ਧੀਆਂ ਦੀ ਗੱਲ ਕਰੀਏ, ਉਹ ਪੁੱਤਾਂ ਨੂੰ ਪਹਿਲਾਂ ਹੀ ਇੱਥੇ ਰੱਖ ਲੈਂਦੇ ਆ। ਫਿਰ ਕਹਿੰਦੇ ਧੀ ਤੂੰ ਪੁੱਤਾਂ ਤੋਂ ਘੱਟ ਨਹੀਂ, ਪੁੱਤ ਪਹਿਲਾਂ ਹੀ ਵੱਡੇ ਆ। ਹਰੇਕ ਗਾਣੇ 'ਚ ਇੱਦਾਂ ਹੋਊਗਾ। ਇਹ ਚੀਜ਼ ਗਲਤ ਹੈ। ਆਪਾਂ ਨੂੰ ਕੀ ਕਰਨਾ ਪੈਣਾ, ਧੀਆਂ ਪੁੱਤਾਂ ਨੂੰ ਬਰਾਬਰ ਕਰਨ ਲਈ। ਕੱਲਾ ਮੈਂ ਤੁਹਾਨੂੰ ਹੀ ਨਹੀਂ ਕਹਿ ਰਿਹਾ, ਮੇਰੀ ਆਵਾਜ਼ ਸਾਰੀ ਦੁਨੀਆ ਸੁਣਦੀ ਆ। ਮੈਂ ਜਿੱਥੇ ਵੀ ਜਾਂਦਾ ਹੁਣ ਮੈਂ ਇਹ ਕਹਿਣ ਲੱਗਾ ਕਿ ਸੁਸਾਇਟੀ ਚੇਂਜ ਕਰਨ ਲਈ ਸਾਨੂੰ ਆਪਣੇ ਜਿਹੜੀ ਪੁੱਤਾਂ ਦੀ ਪਰਵਰਿਸ਼ ਹੈ ਉਹ ਚੇਂਜ ਕਰਨੀ ਪੈਣੀ ਹੈ। ਧੀਆਂ ਨੂੰ ਬਰਾਬਰ ਲਿਆਉਣ ਲਈ ਕੀ ਹੁੰਦਾ ਘਰਾਂ 'ਚ। ਹੁਣ ਮੇਰੀ ਭੈਣ ਛੋਟੀ ਬਹੁਤ ਪਿਆਰਾ ਗਾ ਕੇ ਗਈ ਹੈ, ਉਹਨੇ ਪਹਿਲਾਂ ਧੀਆਂ ਲਈ ਗਾਣਾ ਗਾਇਆ, ਦੂਜਾ ਹੀ ਗਾਣਾ ਉਹਨੇ ਗਾਤਾ ਘਰ ਵਾਲੇ ਦੀ ਲੜਾਈ ਵਾਲਾ, ਉਸੇ ਵੇਲੇ ਗਾਤਾ। ਜਿਹੜਾ ਇੱਕ ਪੁੱਤਰ ਘਰ ਵਿੱਚ ਪੈਦਾ ਹੁੰਦਾ, ਉਹ ਵੇਖਦਾ ਆ ਕਿ ਮੇਰਾ ਡੈਡੀ, ਜਿਹੜਾ ਮੇਰਾ ਪਿਤਾ ਆ, ਉਹ ਆਪਣੀ ਮਾਂ ਨਾਲ ਕਿਸ ਤਰ੍ਹਾਂ ਦਾ ਬਿਹੇਵ ਕਰਦਾ, ਉਹਦੇ ਖੂਨ 'ਚ ਰਚ ਜਾਂਦਾ ਹੈ। ਜਿਹੜੀ ਮੇਰੀ ਭੈਣ ਆ, ਉਹਨੂੰ ਘਰ 'ਚ ਕਿਸ ਤਰ੍ਹਾਂ ਰੱਖਿਆ ਜਾਂਦਾ, ਮੈਨੂੰ ਕਿਸ ਤਰ੍ਹਾਂ ਰੱਖਿਆ ਜਾਂਦਾ, ਉਹ ਉਹਦੇ ਖੂਨ 'ਚ ਆ ਜਾਂਦਾ। ਫਿਰ ਉਹਨੂੰ ਪਤਾ ਲੱਗ ਜਾਂਦਾ ਕਿ ਹਾਂ, ਔਰਤਾਂ ਨਾਲ, ਕੁੜੀਆਂ ਨਾਲ ਇਸ ਤਰ੍ਹਾਂ ਦੀ ਗੱਲ ਇੱਦਾਂ ਕਰੀਦੀ ਆ। ਫਿਰ ਉਹ ਬਾਹਰ ਵੀ ਉਨੀ ਇੱਜ਼ਤ ਕਰਦਾ। ਜੇ ਘਰ ਆਪਾਂ ਆਪਣੀ ਘਰਵਾਲੀ ਦੀ, ਆਪਣੀ ਮਾਂ ਦੀ, ਆਪਣੀਆਂ ਭੈਣਾਂ ਦੀ ਇੱਜ਼ਤ ਕਰੀਏ, ਧੀ ਪੁੱਤ ਨੂੰ ਬਰਾਬਰ ਰੱਖੀਏ, ਤੇ ਉਹ ਜਿਹੜੇ ਮੁੰਡੇ ਆ ਉਹ ਦੇਖਣਗੇ, ਉਹ ਬਾਹਰ ਵੀ ਇੱਜ਼ਤ ਕਰਨਗੇ। ਇਹ ਇੱਥੋਂ ਮਸਲਾ ਖਰਾਬ ਹੁੰਦਾ। ਸੋ ਮੈਂ ਤਾਂ ਨਸ਼ਿਆਂ ਦੇ ਗਾਣੇ ਗਾਉਣੇ, ਅਸੀਂ, ਮੈਂ ਕਮਲਹੀਰ ਸੰਗਤਾਰ, ਅਸੀਂ ਕੋਈ ਨਸ਼ਾ ਨਹੀਂ ਕਰਦੇ। ਜੇ ਹੁਣ ਅਸੀਂ ਧੀਆਂ ਨੂੰ ਕਹਿੰਦੇ ਆ ਕਿ ਬੱਚੇ ਫੁੱਲਾਂ ਵਰਗੇ ਹੁੰਦੇ ਨੇ, ਨਹੀਂ ਖਾਦ ਨਸ਼ੇ ਦੀ ਪਾਈ ਦੀ, ਸਾਰੇ ਖਾਨਦਾਨ ਦਾ ਨਾਂ ਚਮਕੇ, ਧੀ ਵੱਧ ਤੋਂ ਵੱਧ ਪੜ੍ਹਾਈ ਦੀ, ਧੀ ਪੁੱਤ ਵਿੱਚ ਫਰਕ ਨਹੀਂ ਰੱਖੀਦਾ, ਡੱਬਾ ਚੂਰੀ ਦਾ ਜਦ ਖੋਲੀਦਾ, ਨਾ ਕੱਢੀਏ ਮਾਂ ਦੀ ਗਾਲ ਕਦੇ, ਨਾ ਧੀ ਨੂੰ ਮਾੜਾ ਬੋਲੇ। ਸੋ ਇਹ ਗਾਣਾ ਜੇ ਅਸੀਂ ਗਾਉਂਦੇ ਆ, ਜੇ ਅਸੀਂ ਖੁਦ ਉਹਦੇ ਤੇ ਪਹਿਰਾ ਦੇਵਾਂਗੇ, ਸਾਡੇ ਘਰ ਵਿੱਚ ਮੇਰੀ ਘਰਵਾਲੀ ਦੀ ਇੱਜ਼ਤ ਹੋਊਗੀ, ਮੇਰੀ ਮਾਂ ਦੀ ਇੱਜ਼ਤ ਹੋਊਗੀ, ਮੇਰੀਆਂ ਭੈਣਾਂ ਦੀ ਇੱਜ਼ਤ ਹੋਊਗੀ, ਤੇ ਮੇਰੀ ਧੀ ਤਾਂ ਪੁੱਤ ਨੂੰ ਬਰਾਬਰ ਰੱਖਿਆ ਜਾਊਗਾ, ਤੇ ਉਹਦੇ ਨਾਲ ਸਮਾਜ ਵਿੱਚ ਜਦੋਂ ਵਿਚਰਾਂਗੇ ਤਾਂ ਬਹੁਤ ਵਧੀਆ ਲੱਗੇਗਾ। ਪਹਿਲਾਂ ਤਾਂ ਸਾਡੀਆਂ ਭੈਣਾਂ ਨੂੰ ਬੇਨਤੀ ਹੈ, ਜਿਹੜੀਆਂ ਪਹਿਲੀ ਵਾਰੀ ਸ਼ਾਮਲ ਹੋ ਗਿਆ, ਤਾਂ ਤੁਸੀਂ ਖਾਲੀ ਤਾਂ ਹੀ ਰੱਖਿਆ ਸੀ। ਇੱਧਰ ਮੁੰਡਿਆਂ ਦਾ ਕੋਈ ਕੰਮ ਨਹੀਂ ਹੈਗਾ, ਸਾਰਾ ਕੁੜੀਆਂ ਲਈ ਹੈ। ਸੰਗੋ आजा भाभी
झूठ है नी गौरा रे लेती नी आजा बाबी झूठ है नी गौरा रे लेती नी आजा रे झूठ है नी गौरा रे लेती मैं अपनी एक धी नाल तुहानू मराउणा फिर उस तो बाद बैठे ना कोई नहीं इन्ना माण महसूस करियो इस गल दा ये साडी बिटिया साडे अपने इसे इलाके दी है किहड़े स्कूल पढ़दे सी किहड़े पिंड दे डल्लेवाल पिंड दा पता तुहानू कित्थे है कोल ही आ तुहाडे रेनू चौहान साडी बेटी दा नाम है ਤੁਹਾਨੂੰ ਲੱਗਦਾ ਹੋਣਾ ਇਹ ਕਮਜ਼ੋਰ ਜਿਹੀ ਆ ਪੂਰੇ ਇੰਡੀਆ ਦੇ 58 ਕਿਲੋ ਤੋਂ 65 ਕਿਲੋ ਦੇ ਜਿਹੜੇ weight ਲਿਫਟਿੰਗ ਦੇ ਮੁਕਾਬਲੇ ਆ ਪੂਰੀ ਇੰਡੀਆ ਦੇ ਨੈਸ਼ਨਲ ਉਹਦਾ ਨਾਮ ਸੀਗਾ ਨੈਸ਼ਨਲ ਸਟਰੈਂਥ ਲਿਫਟਿੰਗ ਇਹ ਰਾਜਸਥਾਨ 'ਚ ਹੋਏ ਆ ਮੁਕਾਬਲੇ ਤੇ ਪੂਰੇ ਇੰਡੀਆ ਤੋਂ ਕੁੜੀਆਂ ਆਈਆਂ ਸੀ ਪੰਜਾਬ ਤੋਂ ਮੁੰਡੇ ਗਏ ਸੀ 5 4 ਤੇ ਕੁੜੀ ਗਈ ਸੀ ਇਹ ਇਕੱਲੀ ਸਾਰੇ ਪੰਜਾਬ ਤੋਂ ਜਾਣਾ ਬਹੁਤ ਵੱਡੀ ਗੱਲ ਹੈ ਨਾ ਨੈਸ਼ਨਲ ਪੰਜਾਬ ਵੱਲੋਂ ਜਾਣਾ ਤੁਸੀਂ ਤਾੜੀ ਮਾਰੀ ਆ ਪਰ ਪੂਰੇ ਇੰਡੀਆ ਚੋਂ ਪਹਿਲੇ ਨੰਬਰ ਤੇ ਆਈ ਆ 골ਡ ਮੈਡਲ ਲਿਆ ਤੁਸੀਂ ਜਿਹੜੇ ਨਾ ਸਾਗ ਖਾ ਖਾ ਕੇ ਬੈਠੇ ਆ ਉਹਨਾਂ ਨੂੰ ਉੱਤੇ ਭਾਰ ਬਾਹਾਂ ਤੇ ਉੱਤੇ ਤੋਲ ਦੋਗੀ ਸੋ ਦੇਖੋ ਇਹ ਮਾਣ ਮਹਿਸੂਸ ਕਰੋ ਬੇਟੀਆਂ ਤੇ ਇਹਨੂੰ ਮੌਕਾ ਦਿੱਤਾ ਸਾਡਾ ਭਰਾ ਵੱਡਾ ਦੇਸੀ ਪਰਿਵਾਰ ਵਿੱਚ ਸਾਡੇ ਵਾਂਗੂ ਪਰਿਵਾਰ ਹੈ ਕੋਈ ਇਹਨਾਂ ਦੀ ਬੈਕਗ੍ਰਾਉਂਡ ਨਹੀਂ ਸਪੋਰਟਸ ਦੀ ਪਰ ਇਹਨਾਂ ਨੇ ਬਿਟੀਆਂ ਨੂੰ ਆਪਣੀ ਬੇਟੀ ਨੂੰ ਮੌਕਾ ਦਿੱਤਾ ਉਹਨੂੰ ਰੋਕਿਆ ਨਹੀਂ ਹੈਗਾ ਕੋਚ ਕੋਲ ਭੇਜਿਆ ਖੁਰਾਕ ਜੋ ਚਾਹੀਦੀ ਹੋਊਗੀ ਉਹ ਦਿੱਤੀ ਤੇ ਬਹੁਤ ਥੋੜੀ ਫੈਸਿਲਿਟੀ ਦੇ ਨਾਲ ਵੀ ਸਾਰੇ ਇੰਡੀਆ ਚੋਂ ਪਹਿਲੇ ਨੰਬਰ ਤੇ ਜ਼ੋਰਦਾਰ ਤਾੜੀ ਜ਼ੋਰਦਾਰ ਹੁਣ ਬੈਠੇ ਨਾ ਰਹੋ ਇਸ ਗੱਲ ਤੋਂ ਉੱਠੇ ਹੁਣ ਸਾਰੇ ਇੱਧਰ ਆਵਾਜ਼ ਘੱਟ ਜਾਂਦੀ ਹੋਣੀ ਹੈ ਮੇਰਾ ਖਿਆਲ ਆ ਜਿਹੜੇ ਲੋਹੜੀ ਲਈ ਸਾਡੀਆਂ ਭੈਣਾਂ ਖੜੀਆਂ ਇੱਥੇ ਇਹ ਪਤਾ ਕਿੱਦਾਂ ਲੱਗਦਾ ਤੁਹਾਡਾ ਇੱਥੇ ਆਵਾਜ਼ ਘੱਟ ਆਉਂਦੀ ਆ ਉਹਦਾ ਅਸਲ ਤੁਹਾਡਾ ਇਦਾਂ ਲੱਗਦਾ ਠੰਡ ਲਈ ਬਾਲਣੀ ਹੁੰਦੀ ਆ ਤੁਸੀਂ ਠੰਡ ਧੀਆਂ ਦੀ ਲੋਹੜੀ ਪਾਉਣ ਆਏ ਆ ਖੁਸ਼ੀ ਚ ਆਏ ਆ ਕੋਈ ਗਿੱਧਾ ਗੁੱਧਾ ਪਾਓ ਕੋਈ ਵੀਡੀਓ ਦਾ ਬੜੇ ਵਧੀਆ ਆਜਾ ਭਾਬੀ ਝੂਟ ਲੈ ਕਹੁਲਾ ਰੇ ਲੈਂਦੀ ਆਜਾ ਲੜਦੇ ਝੂਟ ਲੈ ਕਹੁਲਾ ਰੇ ਲੈਂਦੀ ਆਜਾ ਭਾਬੀ ਝੂਟ ਲੈ ਕਹੁਲਾ ਰੇ ਲੈਂਦੀ ਝੂਟ ਲੈ ਕਹੁਲਾ ਰੇ ਲੈਂਦੀ ਐਦਾ ਇੱਕ ਕਾਠ ਨਾਲ ਚੱਕੋ ਇੱਕ ਨਾਲ ਗਿੱਧਾ ਪਾ Yeah.
ਏਡੀ ਪਗੜੀ ਵਾਲਿਆ ਤੇਰੇ ਏਡੀ ਪਗੜੀ ਵਾਲਿਆ ਮੇਰਾ ਤੇਰੇ ਕੀ जपिए दिल पर जाइए बात करी तो खुश रहती आजा पापी आजा पापी आजा पापी झूठ ले आजा लड़ते झूठ ले आजा पापी झूठ ले आजा लड़ते झूठ ले जोदारे रहती ਜਦੋਂ ਇਹ ਆਉਂਦੀ ਏ ਲੋੜੀ ਬੜਾ ਜੀ ਲਾਉਂਦੀ ਏ ਲੋੜੀ ਜਦੋਂ ਇਹ ਆਉਂਦੀ ਏ ਲੋੜੀ ਬੜਾ ਜੀ ਦੋਨੋਂ ਹੱਥਾਂ ਦੇ ਤਾੜੀ ਨਾਲ ਜਦੋਂ ਇਹ ਆਉਂਦੀ ਏ ਲੋੜੀ ਬੜਾ ਜੀ ਲਾਉਂਦੀ ਏ ਲੋੜੀ ਜਦੋਂ ਇਹ ਆਉਂਦੀ ਏ ਲੋੜੀ ਬੜਾ ਜੀ ਲਾਉਂਦੀ ਏ ਲੋੜੀ ਜਦੋਂ ਇਹ ਆਉਂਦੀ ਏ ਲੋੜੀ ਬੜਾ ਜੀ ਲਾਉਂਦੀ ਏ ਲੋੜੀ ਜਦੋਂ ਇਹ ਆਉਂਦੀ ਏ ਆਉਂਦੀਆਂ ਨੇ ਲੋੜੀਆਂ ਵੀਰਾਂ ਤੇ ਭੈਣਾਂ ਦੀਆਂ ਆਉਂਦੀਆਂ ਲੋੜੀਆਂ ਰੱਜ ਰੱਜ ਸ਼ਗਨ ਬਣਾ ਜਦੋਂ ਆਉਂਦੀ ਏ ਲੋੜੀ ਦੁਆਜੀ ਲਾਉਂਦੀ ਏ ਲੋੜੀ ਜਦੋਂ ਆਉਂਦੀ ਏ ਲੋੜੀ ਬੜਾ ਜੀ ਲਾਉਂਦੀ ਏ ਲੋੜੀ ਜਦੋਂ ਆਉਂਦੀ ਏ ਲੋੜੀ ਬੜਾ ਜੀ ਲਾਉਂਦੀ ਏ ਲੋੜੀ ਦੋਨੋਂ ਹੱਥ ਉੱਪਰ ਕਰਕੇ ਤੁਹਾਨੂੰ ਚਾਹ ਨਹੀਂ ਦੋਨੋਂ ਹੱਥ ਉੱਪਰ ਕਰਕੇ ਜਿਹਨੂੰ ਚਾਹ ਅੱਜ ਦਿਨ ਦਾ ਜਦੋਂ ਆਉਂਦੀ ਏ ਲੋੜੀ ਬੜਾ ਜੀ ਲਾਉਂਦੀ ਏ ਲੋੜੀ ਜਦੋਂ ਆਉਂਦੀ ਏ ਲੋੜੀ ਬੜਾ ਜੀ ਲਾਉਂਦੀ ਏ ਲੋੜੀ ਜਦੋਂ ਆਉਂਦੀ ਏ ਲੋੜੀ ਬੜਾ ਜੀ ਲਾਉਂਦੀ ਏ ਲੋੜੀ ਜਦੋਂ ਆਉਂਦੀ ਏ ਲੋੜੀ ਬੜਾ ਜੀ ਲਾਉਂਦੀ ਏ ਲੋੜੀ ਆਉਂਦੀਆਂ ਨੇ ਲੋੜੀਆਂ ਜਾਂਦੀਆਂ ਨੇ ਲੋੜੀਆਂ ਵੀਰਾਂ ਤੇ ਭੈਣਾਂ ਦੀਆਂ ਹੁੰਦੀਆਂ ਨੇ ਲੋੜੀਆਂ ਰੱਜ ਰੱਜ ਸ਼ਗਨ ਬਣਾ ਜਦੋਂ
ਮਾਹੀ ਦੇ ਚੱਲਿਓ ਜਿੰਦ ਮਾਹੀ ਦੇ ਚੱਲਿਓ ਪਟਿਆਲੇ ਵੀ ਉੱਥੋਂ ਵੀ ਆਏ ਮੇਰੇ ਖੋਲਿਆ ਵੀ ਰੇਸ਼ਮੀ ਨਾਲ ਮੇਰੇ ਚਿੱਟੇ ਓਏ ਓਏ ਜੱਟੇ ਚਿੱਟੇ ਦੀ ਅੱਤੇ ਨਾਲ ਇੱਕ ਪਲ ਪੈ ਜਾਣਾ ਇੱਕ ਪਲ ਪੈ ਜਾਣਾ ਮੇਰੇ ਕੋਲ ਤੇਰੇ ਮਿੱਠੜੇ ਨੀ ਓਏ ਉਹ ਤੇਰੇ ਮਿੱਠੜੇ ਨੀ ਲੱਗਦੇ ਕੋਲ ਬਲਕੇ ਦੋਨੋਂ ਹੱਥਾਂ ਦੀ ਤਾੜੀ ਦੇ ਨਾਲ ਦੋਨੋਂ ਹੱਥ ਉੱਪਰ ਹੋ ਜਿੰਦ ਮਾਹੀ ਚੁੰਨੀਆਂ ਸਿਰਾਂ ਤੇ ਹੋ ਜਿੰਦ ਮਾਹੀ ਚੁੰਨੀਆਂ ਸਿਰਾਂ ਤੇ ਖੱਟੀਆਂ ਹੋ ਮੇਲਾ ਵੇਖਣ ਓਏ ਹੋ ਮੇਲਾ ਵੇਖਣ ਆਈਆਂ ਚੱਟੀਆਂ ਵਿੱਚ ਸ਼ੀਸ਼ੇ ਓਏ ਵੇ ਹੱਥ ਵਿੱਚ ਸ਼ੀਸ਼ੇ ਸੁਰਾ ਦੇਣ ਭੱਜੀਆਂ ਵੇ ਇੱਕ ਪਲ ਪੈ ਜਾਣਾ ਵੇ ਇੱਕ ਪਲ ਪੈ ਜਾਣਾ ਤੇਰੇ ਕੋਲ ਤੇਰੇ ਮਿੱਠੜੇ ਨੀ ਓਏ ਹੋ ਤੇਰੇ ਮਿੱਠੜੇ ਨੀ ਲੱਗਦੇ ਹੋ ਬਾਰੀ ਬਸ ਕੱਢਣ ਗਿਆ ਸੀ ਖੱਟ ਖੱਟ ਕੇ ਲਿਆਂਦਾ ਪੀਤਾ ਵੇ ਬਾਬੁਲ ਨੇ ਵਰ ਟੋਲਿਆ ਵੇ ਬਾਬੁਲ ਨੇ ਵਰ ਟੋਲਿਆ ਮੇਰੀ ਗੁੱਤ ਦੇ ਪਾਰਾਂ ਦੇ ਨਾਲੋਂ ਛੋਟਾ ਬਾਬੁਲ ਨੇ ਵਰ ਟੋਲਿਆ ਮੇਰੀ ਗੁੱਤ ਦੇ ਪਾਰਾਂ ਦੇ ਨਾਲੋਂ ਛੋਟਾ ਬਾਬੁਲ ਨੇ ਵਰ ਟੋਲਿਆ ਜਿੰਨੀਆਂ ਮੇਰੀਆਂ ਭੈਣਾਂ ਪਿੱਛੇ ਖੜੀਆਂ ਨੱਚ ਕੇ ਇੱਕ ਵਾਰ ਖੁੱਲ ਕੇ ਆਵੀਂ ਬਾਬਾ ਨਾਨਕਾ ਜਾਵੀਂ ਬਾਬਾ ਨਾਨਕਾ ਆਵੀਂ ਬਾਬਾ ਨਾਨਕਾ ਜਾਵੀਂ ਬਾਬਾ ਨਾਨਕਾ ਇਹੋ ਜਿਹੀਆਂ ਖੁਸ਼ੀਆਂ ਨੇ ਆਵੀਂ 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 ਬਾਬਾ ਨਾਨਕਾ ਜਿੰਨੀਆਂ ਭੈਣਾਂ ਪਿੱਛੇ ਹਾਂਜੀ ਨੀ ਤੇਰਾ ਮਾਰਾ ਚੜਿਆ ਫਿਕਰ ਤੇ ਕਿਉਂਕਿ ਮਜ਼ਾ ਨਹੀਂ ਆ ਰਿਹਾ ਥੋੜੀ ਥੋੜੀ ਜਗ੍ਹਾ ਦੇ ਦਿਓ ਭੈਣਾਂ ਨੂੰ ਨੱਚਣ ਨੂੰ ਜਿੰਨੀਆਂ ਮੇਰੀਆਂ ਭੈਣਾਂ ਨੱਚਣ ਨੂੰ ਜਗ੍ਹਾ ਦੇ ਦਿਓ ਭੈਣਾਂ ਨੂੰ ਪਿੰਟੂ ਭਾਜੀ ਪਿੰਟੂ ਭਾਜੀ ਪਿੰਟੂ ਭਾਜੀ ਨੱਚ ਕੇ ਹੱਥ ਨਹੀਂ ਲੋੜੀਆਂ ਇੱਕ ਵਾਰੀ ਪਤਾ ਲੱਗ ਜਾਵੇ ਵੀ ਅੱਜ ਦਾ ਜਿਹੜਾ ਮਾਹੌਲ ਆ ਨਾ ਉਹ ਪ੍ਰੀਤ ਬੋਪਰ ਨੇ ਬਣਾਤਾ ਨੀ ਤੇਰਾ ਮਾਰਾ ਚੜਿਆ ਫਿਕਰ ਤੇ ਤੇਰਾ ਮਾਰਾ ਚੜਿਆ ਫਿਕਰ ਤੇ ਨੀ ਤੈਦਾ ਤੜਨਾ ਕੀਤੀ ਨੀ ਪਾਸਾ ਮਾਰ ਕੇ ਲੰਗੀ ਕੋਲ ਦੀ ਉਹ ਪਾਸਾ ਮਾਰ ਕੇ ਲੰਗੀ ਕੋਲ ਦੀ ਸਾਡੀ ਸੀ ਗੁੱਟ ਪੀਤੀ ਤੈ ਪਰਦੇਸੀ ਨਾ ਜਦੋਂ ਤੇਰੀ ਕੀਤੀ ਤੈ ਪਰਦੇਸੀ ਨਾ ਜਦੋਂ ਤੇਰੀ ਕੀਤੀ ਤੈ ਪਰਦੇਸੀ ਨਾ ਜਦੋਂ ਤੇਰੀ ਕੀਤੀ ਤੈ ਪਰਦੇਸੀ ਨਾ ਹਲਕੇ
जान हो गेड़ा दे दे नी मुटियारे लम्मी मां करके गेड़ा दे दे नी मुटियारे लम्मी मां करके गेड़ा दे दे नी मुटियारे लम्मी मां करके हो कदे ना खाते तेरे खट्टे मिठे जामनू कदे ना खाते तेरे खट्टे मिठे जामनू हो कदे ना खाते तेरे रस मेरे तूंबा बजदा जाल मां विच वेड़े तूंबा बजदा जाल मां विच वेड़े तूंबा बजदा जाल मां विच वेड़े हो बोले नी बब्बी हां बोले शाबानी बब्बी हां बोले नी बब्बी हां बोले शाबानी बब्बी हां बोले नी बब्बी हां बोले शाबानी बब्बी हां बोले वे बब्बी हां ता नहीं बोलदा एक बारी खुल के आओ फिर पता लगना कि बंबी हा वाकई घोड़के च बोल रहा भाई बोले नी बंबी हा बोले शाबानी बंबी हा बोले बोले नी बंबी हा बोले शाबानी बंबी हा बोले बोले नी बंबी हा बोले शाबानी बंबी हा बोले बोले नी बंबी हा बोले असा दवाइया दर्द सामने ऊंचा तुम्हारा पौड़ा असा दवाइया दर्द सामने ऊंचा तुम्हारा पौड़ा वखरे होके मर्जी करनी अपना हुक्म चलाना जे रखना ता तेरी मर्जी मैंने जाते मानक नाले लाना जे रखना ता तेरी मर्जी मैंने जाते मानक नाले लाना जे रखना ता तेरी मर्जी हो सस मेरी ने मुंडे जम्मे एक बकरी अकले ला हो सस मेरी ने मुंडे जम्मे एक बकरी अकले तेरी सस आगी आगी हो आगी रोड कमेला नी ससे आगी रोड कमेला ससे आगी रोड कमेला ससे आगी रोड कमेला ससे आगी रोड कमेला हो कौन मेरिया बेजान मेरिया कौन मेरिया बेजान मेरिया मिलो बोतला शराब दियां अखां तेरियां मिलो बोतला शराब दियां अखां तेरियां हो कौन मेरिया नी जान मेरिया कौन मेरिया नी जान मेरिया कबूतर 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 बन के मां तेरियां कबूतर बन के मां तेरियां कबूतर बन के मां तेरियां बिल करे दिवे लोड़ पिच गई मेरे टकरे दिवे लोड़ पिच गई मेरे टकरे दिवे हो मैंने टकिया बतेरा वे मसापिया बतेरा टकिया बतेरा वे टकिया बतेरा तेरे हक्के उतर वे लोड़ पिच गई मेरे टकरे दिवे लोड़ पिच गई मेरे टकरे दिवे लोड़ पिच गई ਇੱਕ ਵਾਰੀ ਤਾੜੀਆਂ ਵਜਾਓ ਪਿੰਦੂ ਭਾਜੀ ਦੇ ਨਾਂ ਤੇ ਔਰ ਸਾਡੇ ਡੀਐਸਪੀ ਸਾਹਿਬ ਦੇ ਨਾਂ ਤੇ ਤੇ ਜਿੰਨੇ ਸਾਡੇ ਅਮਰੀਕ ਭਾਜੀ ਸਾਰੇ ਜਿੰਨੇ ਦੋਸਤ ਆਏ ਆ ਸਾਰੇ ਹੀ ਜਿੰਨੇ ਐਨਆਰਆਈ ਹੈ ਜਿੰਨੇ ਸਾਡੇ ਪਿੰਡ ਵਾਲੇ ਆ ਜਿੰਨੇ ਦੋਸਤ ਹੈ ਸਾਰਿਆਂ ਦੇ ਨਾਂ ਤੇ ਜ਼ੋਰਦਾਰ ਤਾੜੀਆਂ ਜਿਨ੍ਹਾਂ ਦੇ ਕਰਕੇ ਅੱਜ ਪੂਰੀ ਧਾਕ ਲੱਗੀ ਹੋਈ ਹੈ ਲੋਹੜੀਆਂ ਦੀ ਸੱਸ ਮੇਰੀ ਨੇ ਮੈਂ ਕਿਹਾ ਸੱਸ ਮੇਰੀ ਨੇ ਸੱਸ ਮੇਰੀ ਨੇ ਮੁੰਡਾ ਜੰਮਿਆ ਨੌਰ ਕਿਆ ਗੁਰ ਦਿੱਤਾ ਸੱਸ ਮੇਰੀ ਨੇ ਮੁੰਡਾ ਜੰਮਿਆ ਨੌਰ ਕਿਆ ਗੁਰ ਦਿੱਤਾ ਨੀ 17 ਦੀ ਹੋ ਗਈ ਪੁੱਟਣੀ ਕਹਿੰਦੀ ਵਾਹਿਗੁਰੂ ਨੇ ਦਿੱਤਾ ਕਹਿੰਦੀ ਵਾਹਿਗੁਰੂ ਨੇ ਦਿੱਤਾ ਕਹਿੰਦੀ ਵਾਹਿਗੁਰੂ ਨੇ ਦਿੱਤਾ ਕਹਿੰਦੀ ਵਾਹਿਗੁਰੂ ਨੇ ਦਿੱਤਾ ਪੁੱਟਣੀ
ਬਾਬਾ ਨਾਨਕਾ ਧੀਆਂ ਦੀਆਂ ਲੋੜੀਆਂ ਪਵਾਈ ਬਾਬਾ ਨਾਨਕਾ ਧੀਆਂ ਦੀਆਂ ਲੋੜੀਆਂ ਪਵਾਈ ਬਾਬਾ ਨਾਨਕਾ मैं बारी मेरी सम्मीए सम्मी मेरी बात मैं बारी मेरी सम्मीए सम्मी मेरी बात मैं बारी मेरी सम्मीए मेरी बात मैं बारी मेरी सम्मीए लुटड़े जाते उठने सम्मीए उठाने वाले सम्मीए उठाने वाले सम्मीए सम्मी मेरी बात मैं बारी मेरी सम्मीए सम्मी मेरी मैं तो जिथे मुबारकबाद दिना उन्होंने परिवारों को और खास करके पिंजू जौल जी सतनाम सिंह बाड़ा और सैनी साहब ये सारी टीम जी आ मैनू लगता कि इहो जिहियां शख्सियतां जिहड़ियां ओह पंजाब दे विच और इस समाज दे विच बहुत वड्डा योगदान पाउंदियां मैं तो सरकार वालों इन्हां दा धन्नवाद करदा कि इहो जिहे जिहड़े इंसान है जिहड़े दूर विदेशों च जाके रहिंदे आ उत्थे मेहनत भी करते आ उत्थे पैसे भी कमाते हैं लेकिन वो जोड़ा पंजाब का वो हमेशा पालते रहते हैं सो अज उन्होंने बच्चियों भी उन्होंने परिवारों भी बहुत बहुत मुबारकबाद और इन्हों की सारी टीम का बहुत बहुत धन्यवाद वाहिगुरू जी का खालसा वाहिगुरू जी की फतेह। ਅੱਜ ਸਾਡਾ ਛੋਟਾ ਭਾਈ ਪਿੰਦੂ ਜੌਲ ਔਰ ਸਤਨਾਮ ਬਾੜਾ ਸੈਣੀ ਸਾਹਿਬ ਵਾਰਿਸ ਜੀ ਇਹ ਸਾਰੀ ਟੀਮ ਅਸਲੀ ਗੱਲ ਹੈ ਇਕੱਠੀ ਹੋ ਕੇ ਜਿਹੜੀਆਂ ਸਾਡੀਆਂ ਬੱਚੀਆਂ ਉਹਨਾਂ ਦੀ ਲੋਹੜੀ ਅੱਜ ਇਸ ਮੌਕੇ ਤੇ ਮੈਂ ਸਮਝਦਾ ਕਿ ਬਹੁਤ ਵੱਡਾ ਇੱਕ ਜ਼ਿੰਮੇਵਾਰੀ ਵੀ ਆ ਔਰ ਬਹੁਤ ਜਿਹੜਾ ਅਗਾਂਹ ਵਧੂ ਸੋਚ ਨਾਲ ਇਹ ਅੱਗੇ ਵਧਦੇ ਆ ਸੋ ਮੈਂ ਜਿੱਥੇ ਇਹਨਾਂ ਨੂੰ ਮੁਬਾਰਕਬਾਦ ਦਿੰਦਾ ਉਹਨਾਂ ਬੱਚੀਆਂ ਨੂੰ ਮੁਬਾਰਕਬਾਦ ਦਿੰਦਾ ਇਹਨਾਂ ਦਾ ਧੰਨਵਾਦ ਕਰਦਾ ਸਰਕਾਰ ਵੱਲੋਂ ਕਿਉਂਕਿ ਇਹੋ ਜਿਹੀਆਂ ਸ਼ਖਸੀਅਤਾਂ ਇਹੋ ਜਿਹੀਆਂ NGOs ਜਦੋਂ ਪੰਜਾਬ ਦੇ ਵਿੱਚ ਚੰਗਾ ਕੰਮ ਕਰਦੀਆਂ ਤਾਂ ਇੱਕ ਸੁਨੇਹਾ ਬਹੁਤ ਵੱਡਾ ਹੁੰਦਾ ਔਰ ਉਹਦੇ ਵਿੱਚ NRIs ਦਾ ਵੀ ਜਿਹੜਾ ਯੋਗਦਾਨ ਹੈ ਉਹਨੂੰ ਕਦੀ ਭੁਲਾਇਆ ਨਹੀਂ ਜਾ ਸਕਦਾ ਇਹ ਉੱਥੇ ਮਿਹਨਤ ਕਰਦੇ ਆ ਲੇਕਿਨ ਇਹਨਾਂ ਦੀ ਕਿਤੇ ਨਾ ਕਿਤੇ ਸੋਚ ਪੰਜਾਬ ਨਾਲ ਜਿਹੜੀ ਉਹ ਜੁੜੀ ਰਹਿੰਦੀ ਆ ਉਹਦੇ ਲਈ ਕਿਉਂਕਿ ਮੈਂ ਬੀਇੰਗ NRI ਮਿਨਿਸਟਰ ਮੈਂ ਇਹਨਾਂ ਦਾ ਧੰਨਵਾਦ ਕਰਦਾ ਔਰ ਆਸ ਕਰਦਾ ਇਸੇ ਤਰ੍ਹਾਂ ਹੀ ਅਸੀਂ ਰਲ ਮਿਲ ਕੇ ਪੰਜਾਬ ਨੂੰ ਇੱਕ ਚੰਗੇ ਪਾਸੇ ਨੂੰ ਜਿਹੜਾ ਉਹ ਲੈ ਕੇ ਜਾਈਏ ਥੈਂਕ ਯੂ। ਇਹ ਬੜੀ ਮਾਣ ਵਾਲੀ ਗੱਲ ਆ ਤੇ ਖੁਸ਼ੀ ਵਾਲੀ ਗੱਲ ਆ ਜੌਲ ਫਾਰਮ ਵੱਲੋਂ ਬੜੇ ਲੰਬੇ ਅਰਸੇ ਤੋਂ ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਵਿਆਹ ਵੀ ਕੀਤੇ ਜਾਂਦੇ ਆ ਤੇ ਧੀਆਂ ਦੀ ਲੋਹੜੀ ਵੀ ਮਨਾਉਣ ਦਾ ਉਪਰਾਲਾ ਕੀਤਾ ਜਾਂਦਾ ਜਿੱਥੇ ਇਹਨਾਂ ਦਾ ਧੰਨਵਾਦ ਆ ਉੱਥੇ ਵਧਾਈ ਦੇ ਪਾਤਰ ਵੀ ਨੇ ਕਿਉਂਕਿ ਅੱਜ ਸਾਡੇ ਸਮਾਜ ਦੇ ਵਿੱਚ ਭਾਵੇਂ ਇਹ ਸਦੀਆਂ ਤੋਂ ਚੱਲੀ ਆਈ ਸੀ ਅਸੀਂ ਧੀਆਂ ਨੂੰ ਜਿਹੜੀ ਪ੍ਰੈਫਰੈਂਸ ਆ ਪ੍ਰਾਇਓਰਟੀ ਜਿਹੜੀ ਆ ਉਹ ਮੁੰਡਿਆਂ ਨਾਲੋਂ ਘੱਟ ਦਿੰਦੇ ਸੀ ਇਹ ਸਦੀਆਂ ਤੋਂ ਚੱਲੀ ਆਇਆ ਭਾਵੇਂ ਸਾਡੇ ਗੁਰੂਆਂ ਨੇ ਪੀਰਾਂ ਨੇ ਰਹਿਬਰਾਂ ਨੇ ਵੀ ਬੜਾ ਯਤਨ ਕੀਤਾ ਇਸ ਗੱਲ ਦਾ ਕਿ ਇਹ ਜਿਹੜੀਆਂ ਧੀਆਂ ਆ ਇਹਨਾਂ ਨੂੰ ਵੀ ਬਰਾਬਰ ਦਾ ਮਾਣ ਸਤਿਕਾਰ ਦਿੱਤਾ ਜਾਵੇ ਪਰ ਉਹਨਾਂ ਦੇ ਉਪਦੇਸ਼ਾਂ ਦੇ ਬਾਵਜੂਦ ਵੀ ਇਹ ਉਹਨਾਂ ਮਾਣ ਸਤਿਕਾਰ ਬਣ ਨਹੀਂ ਸਕਿਆ ਭਾਵੇਂ ਡਾਕਟਰ ਅੰਬੇਦਕਰ ਨੇ ਹਿੰਦੂ ਕੋਡ ਬਿੱਲ ਬਣਾ ਕੇ ਵੀ ਮਾਣ ਸਤਿਕਾਰ ਦੀ ਦੇਣ ਦਾ ਯਤਨ ਕੀਤਾ ਸੀ ਗੁਰੂਆਂ ਨੇ ਵੀ ਕੀਤਾ ਸੀ ਪਰ ਜਿੰਨਾ ਚਿਰ ਸਮਾਜ ਦੇ ਵਿੱਚੋਂ ਉੱਠ ਕੇ ਜਿਹੜੇ ਲੋਕ ਉਹ ਨਹੀਂ ਤੁਰਦੇ ਧੀਆਂ ਦਾ ਮਾਣ ਸਤਿਕਾਰ ਕਰਨ ਦੇ ਲਈ ਉਹਨਾਂ ਦਾ ਆਦਰ ਮਾਣ ਕਰਨ ਦੇ ਲਈ ਉਹਨਾਂ ਚਿਰ ਸਮਾਜ 'ਚ ਕ੍ਰਾਂਤੀ ਨਹੀਂ ਆ ਸਕਦੀ ਸੋ ਇਹ ਸਮਾਜ ਦੇ ਵਿੱਚ ਕ੍ਰਾਂਤੀ ਲਿਆਉਣ ਲਈ ਇਹ ਜਿਹੜੀ ਰੇਸ਼ੋ ਸਾਡੀ ਫੀਮੇਲ ਦੀ ਘਟ ਰਹੀ ਆ ਮੇਲ ਦੀ ਵੱਧ ਰਹੀ ਆ ਤੇ ਉਸ ਨੂੰ ਬਰਾਬਰਤਾ ਦੇ ਲਿਆਉਣ ਦੇ ਲਈ ਇਹ ਇੱਕ ਬਹੁਤ ਅੱਛਾ ਉਪਰਾਲਾ ਮੈਂ ਇਹਨਾਂ ਨੂੰ ਵਧਾਈ ਦਿੰਦਾ ਤੇ ਧੰਨਵਾਦ। ਵਰਲਡ ਵਾਈਡ ਸਕੋਪ ਵੈਲਫੇਅਰ ਸੁਸਾਇਟੀ ਦੇ ਸਰਪ੍ਰਸਤ ਪਿੰਦੂ ਜੌਲ ਅਤੇ ਉਹਨਾਂ ਦੀ ਸਾਰੀ ਟੀਮ ਬਾੜਾ ਪਰਿਵਾਰ ਨੂੰ ਬਹੁਤ ਬਹੁਤ ਵਧਾਈਆਂ। ਜਿਵੇਂ ਤੁਹਾਨੂੰ ਪਤਾ ਹੈ ਕਿ ਹਰੇਕ ਸਾਲ ਜਿਹੜਾ ਹੈ ਉਹ ਧੀਆਂ ਦੀ ਲੋਹੜੀ ਜਿਹੜੀ ਆ ਉਹ ਘੁੜਕਾ ਫਾਰਮ ਵਿਖੇ ਮਨਾਈ ਜਾਂਦੀ ਹੈ ਔਰ ਇਹਦੇ ਵਿੱਚ ਜਿਹੜੀ ਵਰਲਡ ਵਾਈਡ ਸਕੋਪ ਸੰਸਥਾ ਹੈਗੀ ਆ ਉਹ ਬਹੁਤ ਤਰ੍ਹਾਂ ਦੇ ਵੈਲਫੇਅਰ ਦੇ ਜਿਹੜੇ ਕੰਮ ਹੈਗੇ ਆ ਉਹ
ਕਰਦੀ ਹੈਗੀ ਹੈ, ਜਿਵੇਂ ਕਿ ਬਲੱਡ ਡੋਨੇਸ਼ਨ ਕੈਂਪ ਲਾਉਂਦੀ ਹੈ, ਅੱਖਾਂ ਦੇ ਕੈਂਪ ਲਾਉਂਦੀ ਹੈਗੀ ਹੈ, ਹੋਰ ਬਹੁਤ ਜਿਹੜਾ ਸਮਾਜਿਕ ਕੰਮ ਹੈਗੀ ਆ ਉਹ ਕਰਦੀ ਹੈਗੀ ਹੈ। ਇਸ ਲਈ ਪਿੰਦੂ ਜੌਲ ਬਾੜਾ ਪਰਿਵਾਰ ਅਤੇ ਉਹਨਾਂ ਦੀ ਸਾਰੀ ਸਮੁੱਚੀ ਟੀਮ ਨੂੰ ਬਹੁਤ ਬਹੁਤ ਵਧਾਈਆਂ। ਬਹੁਤ ਅੱਛਾ ਕੰਮ ਕਰ ਰਹੇ ਨੇ, ਬਹੁਤ ਵਧੀਆ ਕਾਰਜ ਕਰ ਰਹੇ ਨੇ, ਉਹਨਾਂ ਨੂੰ ਬਹੁਤ ਬਹੁਤ ਵਧਾਈਆਂ। ਥੈਂਕ ਯੂ। ਵਾਲਾ ਸੁਹਾਵਣਾ ਸਮਾਂ ਪਰਮਾਤਮਾ ਵੱਲੋਂ ਬਖਸ਼ਿਸ਼ ਹੋਇਆ। ਵਰਲਡ ਵਾਈਡ ਸਕੋਪ ਵੈਲਫੇਅਰ ਸੁਸਾਇਟੀ ਯੂਕੇ ਦੇ ਪਿੰਦੂ ਜੌਲ ਤੇ ਸਤਨਾਮ ਬਾੜਾ ਤੇ ਬਾਕੀ ਸਾਰੇ ਸੱਜਣਾ ਵੱਲੋਂ ਜਿਹੜੀ ਹਰ ਸਾਲ ਧੀਆਂ ਦੀ ਲੋਹੜੀ ਪਾਈ ਜਾਂਦੀ ਆ, ਅੱਜ ਉਹ ਦਿਨ ਜਦੋਂ ਹਜ਼ਾਰਾਂ ਮਾਂ-ਬਾਪ ਆਪਣੀਆਂ ਨਵ ਜੰਮੀਆਂ ਬੱਚੀਆਂ ਨੂੰ ਲੈ ਕੇ ਇੱਥੇ ਆਏ ਆ। ਇਸ ਤਰ੍ਹਾਂ ਲੱਗਦਾ ਜਿਵੇਂ ਕਿਸੇ ਸੋਹਣੇ ਬਗੀਚੇ ਦੇ ਵਿੱਚ ਰੰਗ ਬਰੰਗੇ ਫੁੱਲ ਖਿੜੇ ਹੋਣ ਬੱਚੀਆਂ ਨੂੰ ਦੇਖ ਕੇ। ਸੋ ਸਾਰਿਆਂ ਨੂੰ ਬੇਨਤੀ ਹੈ, ਜਿਹੜੇ ਸੁਣ ਰਹੇ ਦੇਖ ਰਹੇ ਆ, ਉਹ ਆਉਣ ਇੱਥੇ ਆ ਕੇ ਆਸ਼ੀਰਵਾਦ ਦੇਣ। ਤੇ ਜਿਹੜੀ ਸਾਡੇ ਗੁਰੂ ਸਾਹਿਬਾਨ ਦੀ ਸੋਚ ਸੀ ਕਿ ਬਰਾਬਰਤਾ ਦਾ ਸੁਨੇਹਾ, ਉਹ ਧੀ ਪੁੱਤ ਵਿੱਚ ਫਰਕ ਨਹੀਂ ਰੱਖੀਦਾ, ਡੱਬਾ ਚੂਰੀ ਦਾ ਜਦ ਖੋਲੀ ਦਾ, ਨਾ ਕੱਢੀਏ ਮਾਂ ਦੀ ਗਾਲ ਕਦੇ, ਨਾ ਧੀ ਨੂੰ ਮਾੜਾ ਬੋਲੀ ਦਾ। ਇਹ ਮੈਸੇਜ ਦਈਏ ਸਾਰੀ ਦੁਨੀਆ ਨੂੰ। ਤੇ ਜਿਹੜੀਆਂ ਧੀਆਂ ਆ ਉਹਨਾਂ ਦੇ ਵਿੱਚ ਰਸਮੋ ਰਿਵਾਜ ਜਾਂ ਜਿਹੜੀਆਂ ਰੂੜੀਵਾਦੀ ਸੋਚਾਂ ਆ, ਉਹ ਉਹਨਾਂ ਦੀ ਤਰੱਕੀ ਵਿੱਚ ਅੜਿੱਕਾ ਨਾ ਬਣਨ, ਉਹ ਆਪਣੀ ਜ਼ਿੰਦਗੀ ਆਪਣੀ ਤਰੱਕੀਆਂ ਕਰਕੇ ਜਿਉ ਸਕਣ, ਮਾਂ-ਬਾਪ ਦਾ ਮਾਣ ਬਣਨ। ਇਹੋ ਜਿਹੇ ਮੌਕੇ ਉਹਨਾਂ ਲਈ ਪ੍ਰਦਾਨ ਕਰੀਏ। ਮਿਹਰਬਾਨੀ। ਮੇਰਾ ਕਹਿਣ ਦਾ ਇਹ ਆ ਵੀ ਬੇਸ਼ੱਕ ਅੱਜ 5000 ਬੇਟੀ ਅੱਜ ਨਵਜੰਮੀਆਂ ਬੱਚੀਆਂ ਇਕੱਠੀਆਂ, ਉਹਨਾਂ ਨੂੰ ਆਸ਼ੀਰਵਾਦ ਸਾਰੇ ਲੋਕ ਦੇ ਰਹੇ ਆ। ਜਿਹੜੇ ਹੋਰ ਪੰਜਾਬ ਦੇ ਖਿੱਤੇ ਆ, ਹਿੱਸੇ ਆ, ਹੋਰ ਸੰਸਥਾਵਾਂ ਆ, ਇਸ ਤਰ੍ਹਾਂ ਦੇ ਜਿਹੜੇ ਹੈਗੇ ਆ ਐਫਰਟ ਜਿਹੜੇ ਆ ਉਹ ਵਧਣੇ ਚਾਹੀਦੇ ਆ। ਹੋਰ ਵੀ ਜਿੱਦਾਂ ਇਲਾਕਿਆਂ ਵਿੱਚ ਇਸ ਤਰ੍ਹਾਂ ਦੇ ਹੋਣ, ਤਾਂ ਕਿ ਧੀਆਂ ਨੂੰ ਜਾਂ ਧੀਆਂ ਦੇ ਮਾਪਿਆਂ ਨੂੰ ਮਾਣ ਮਹਿਸੂਸ ਕਰਵਾਈਏ ਜਦੋਂ ਉਹਨਾਂ ਦੇ ਘਰ ਧੀ ਜਨਮਦੀ ਆ। ਸੋ ਇਹ 500 ਕੁੜੀ ਤੋਂ ਸ਼ੁਰੂ ਕੀਤਾ ਸੀ, ਅੱਜ 5100 ਬੇਟੀ ਦਾ ਅੱਜ ਲੋਹੜੀ ਹੋ ਰਹੀ ਹੈ। ਬਿਲਕੁਲ ਤੁਸੀਂ ਸਹੀ ਕਿਹਾ, ਇਹ ਬਿਲਕੁਲ ਪਹਿਲੇ ਨੰਬਰ ਤੇ ਹੈ। ਪਰ ਅਸੀਂ ਧੀਆਂ ਨੂੰ ਪਹਿਲੇ ਨੰਬਰ ਤੇ ਲੈ ਕੇ ਆਉਣਾ, ਧੀਆਂ ਦੇ ਮਾਪਿਆਂ ਨੂੰ ਪਹਿਲੇ ਨੰਬਰ ਤੇ ਲੈ ਕੇ ਆਉਣਾ। ਬੇਟੀ ਨੂੰ ਬੋਝ ਨਾ ਸਮਝਿਆ ਜਾਵੇ, ਉਹਨੂੰ ਮਾਣ ਸਮਝਿਆ ਜਾਵੇ। ਇਹੋ ਜਿਹਾ ਮਾਹੌਲ, ਇਹੋ ਜਿਹਾ ਸੁਸਾਇਟੀ ਸਮਾਜ ਵਿੱਚ ਇਹੋ ਜਿਹਾ ਐਟਮੋਸਫੀਅਰ ਜਿਹੜਾ ਉਹ ਸਿਰਜੀਏ ਅਸੀਂ। ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ, ਤੁਸੀਂ ਇਸ ਚੀਜ਼ ਨੂੰ ਕਵਰ ਕਰ ਰਹੇ ਹੋ। ਬਹੁਤ ਵਧੀਆ ਉਪਰਾਲਾ ਹੈ ਪਿੰਦੂ ਜੌਲ ਬਾਈ ਉਹਨਾਂ ਦਾ, ਉਹਨਾਂ ਦੀ ਪੂਰੀ ਟੀਮ ਦਾ, ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ। ਇੱਦਾਂ ਦੇ ਉਪਰਾਲੇ ਹੋਣੇ ਚਾਹੀਦੇ ਨੇ, ਧੀਆਂ ਦੀਆਂ ਲੋਹੜੀਆਂ ਹੋਣੀਆਂ ਚਾਹੀਦੀਆਂ ਨੇ, ਕਿਉਂਕਿ ਮੁੰਡਿਆਂ ਦੇ ਬਰਾਬਰ ਖਾਣੇ ਵਾਲੀਆਂ ਧੀਆਂ ਅੱਜ ਕੱਲ੍ਹ ਤਾਂ ਧੀਆਂ ਮੁੰਡਿਆਂ ਨੂੰ ਵੀ ਉੱਪਰ ਜਾਂਦੀਆਂ ਨੇ। ਤੇ ਮੇਰੀ ਨਿਗਾਹ ਦੇ ਵਿੱਚ ਇਹ ਬਹੁਤ ਵਧੀਆ ਕੰਮ ਹੈ। ਸੋ ਪਰਮਾਤਮਾ ਇਹਨਾਂ ਨੂੰ ਚੜ੍ਹਦੀਆਂ ਕਲਾਂ 'ਚ ਰੱਖੇ। ਥੈਂਕ ਯੂ ਜੀ। ਬੜਾ ਚੰਗਾ ਉਦਮ ਹੈ ਜੀ ਪਿੰਦੂ ਜੌਲ ਸਾਹਿਬ ਦਾ, ਸਾਰੀ ਟੀਮ ਦਾ। ਹਰ ਸਾਲ ਹੀ ਬਣਾਉਂਦੇ ਆ ਤੇ ਹੁਣ ਇਸ ਵਾਰ ਇੰਗਲੈਂਡ ਤੋਂ ਖੁਦ ਵੀ ਆਏ ਆ, ਸਾਰੀ ਟੀਮ ਸਰਗਰਮ ਹੈ ਤੇ ਮੁਬਾਰਕਾਂ ਜੀ ਸਾਰਿਆਂ ਨੂੰ। ਸੰਦੇਸ਼ ਅਸੀਂ ਕਾਹਦਾ ਦੇਣਾ ਯਾਰ, ਅਸੀਂ ਹਾਜ਼ਰੀ ਲਾਉਣ ਆਏ ਆ ਬਸ ਖੁਸ਼ੀ ਦੇ ਮੌਕੇ ਤੇ ਰੱਬ ਰਾਜੀ ਬਾਜੀ ਰੱਖੇ ਇਹਨਾਂ ਸਾਰੇ ਉਦਮੀ ਵੀਰਾਂ ਨੂੰ, ਸਮਾਜ ਸੇਵਾ ਜਿਹੜੀ ਕਰਦੇ ਆ, ਲੋਕਾਂ ਦੇ ਨਾਲ ਖੁਸ਼ੀ ਦੇ ਹਰ ਮੌਕੇ ਨਾਲ ਖੜਦੇ ਆ। ਮਾਲਕ ਨੂੰ ਚੜ੍ਹਦੀ ਕਲਾ ਦੇ। ਬਹੁਤ ਵਧੀਆ ਉਪਰਾਲਾ ਜੀ ਪਿੰਦੂ ਜੌਲ ਜੀ ਦਾ ਔਰ ਜਸਾ ਯੂਕੇ ਜੀ ਦਾ ਔਰ ਰਾਜ ਸਾਹਿਬ DSP ਸਾਹਿਬ ਦਾ, ਕਿਉਂਕਿ ਪੁੱਤਰਾਂ ਦੀ ਲੋਹੜੀ ਅਸੀਂ ਸਾਰੇ ਪਾਉਂਦੇ ਹਾਂ, ਪਰ ਬਹੁਤ ਵੱਡਾ ਕਾਰਜ, ਇੱਕ ਨਹੀਂ ਦੋ ਨਹੀਂ 5100 ਬੱਚੀਆਂ ਦੀ ਲੋਹੜੀ ਪਾਉਣੀ ਬਹੁਤ ਵੱਡੀ ਗੱਲ ਹੈ। ਤੇ ਆਮ ਅਸੀਂ ਕਲਾਕਾਰ ਲੋਕ ਸਿਰਫ ਸਟੇਜਾਂ 'ਤੇ ਬੋਲਦੇ ਹਾਂ ਵੀ ਧੀਆਂ ਦੀ ਲੋਹੜੀ ਪਾਉਣੀ ਚਾਹੀਦੀ, ਪਰ ਇਹ ਉਹ 3 ਸਪੂਤ ਹੈ ਜਿਨ੍ਹਾਂ ਨੇ ਇਹ ਜਿਹੜੀ ਕਲਾਕਾਰਾਂ ਦੀ ਜਿਹੜੀ ਸਿਰਫ ਸਟੇਜਾਂ 'ਤੇ ਬੋਲਦੇ ਉਹਨੂੰ ਕਰਕੇ ਵਿਖਾਤਾ। ਤੇ ਮੈਂ ਤਕਰੀਬਨ 3 ਸਾਲ ਤੋਂ ਇਸ ਪ੍ਰੋਗਰਾਮ ਦਾ ਹਿੱਸਾ, ਤੇ ਮੈਨੂੰ ਬੜਾ ਮਾਣ ਮਹਿਸੂਸ ਹੁੰਦਾ ਕਿ ਮੈਂ ਇੱਥੇ ਮੈਨੂੰ ਮੌਕਾ ਮਿਲਦਾ ਆਉਣ ਦਾ। ਗਾਇਕੀ ਦੇ ਵਿੱਚ ਜਿਹੜੇ ਵਿਸ਼ੇ ਹੈਗੇ ਆ, ਆਪਾਂ ਧੀਆਂ ਦੀ ਲੋਹੜੀ ਪਾ ਕੇ ਬਹੁਤ ਵਧੀਆ ਸੁਨੇਹਾ ਦੇ ਰਹੇ ਹਾਂ। ਗਾਇਕ ਵੀ ਇੱਥੇ ਹਰ ਸਾਲ ਸ਼ਾਮਲ ਹੁੰਦੇ ਹੈਗੇ ਆ, ਔਰ ਜਿਹੜੇ ਅੱਜ ਦੀ ਸ਼ਬਦਾਵਲੀ ਆ ਜਾਂ ਗਾਇਕਾਂ ਦੇ ਜਿਹੜੇ ਸ਼ਬਦ ਹੈਗੇ ਆ, ਉਹ ਧੀਆਂ ਨੂੰ ਮਾਣ ਸਨਮਾਨ ਦੇ ਵਿੱਚ ਉਹਨੂੰ ਕਿੰਨਾ ਕੁ ਜੋ ਸਮਝਦੇ ਆ, ਕਿਉਂਕਿ ਅੱਜ ਜਿਹੜੀ ਸ਼ਬਦਾਵਲੀ ਆ ਉਹ ਬਹੁਤ ਸੱਭਿਅ ਕੋਈ ਭਾਸ਼ਾ ਨਹੀਂ ਕਹਿੰਦੇ, ਜਿਹੜੀ ਸ਼ਬਦਾਵਲੀ ਆ। ਬਿਲਕੁਲ ਅੱਜ ਕੱਲ੍ਹ ਜਿਹੜੀ ਗਾਇਕੀ 'ਚ ਸੁਣਨ ਵਾਲੇ ਵੀ ਉੱਦਾਂ ਦੇ ਹੋ ਗਏ ਜੀ, ਤੇ ਗਾਇਕੀ ਵੀ ਉੱਦਾਂ ਦੀ ਹੋ ਗਈ, ਜਿੱਦਾਂ ਦਾ ਲੋਕ ਸੁਣਦੇ ਆ ਉੱਦਾਂ ਦਾ ਗਾਇਕ ਪਰੋਸੀ ਜਾਂਦੇ ਆ। ਪਰ ਇਹ ਕੁਛ ਸਾਡੀਆਂ ਜ਼ਿੰਮੇਵਾਰੀਆਂ ਜਿਹੜੀਆਂ ਸਮਾਜਿਕ ਤੌਰ 'ਤੇ ਜ਼ਿੰਮੇਵਾਰੀਆਂ ਜਿਹੜੀਆਂ ਹੈਗੀਆਂ ਸਾਡੀਆਂ ਧੀਆਂ ਵਾਸਤੇ, ਭੈਣਾਂ ਵਾਸਤੇ, ਤੇ ਉਹ ਤੋਂ ਕਦੀ ਮੁਨਕਰ ਨਹੀਂ ਹੋਣਾ ਚਾਹੀਦਾ। ਉੱਦਾਂ ਦੇ ਗੀਤ ਵੀ ਗਾਉਣੇ ਚਾਹੀਦੇ ਆ, ਕਿਉਂਕਿ ਜਿਹੜਾ ਪੰਜਾਬੀ ਸੰਗੀਤ ਦਾ ਸੱਭਿਆਚਾਰ ਦਾ ਵਿਸ਼ਾ ਬਹੁਤ ਵਿਸ਼ਾਲ ਹੈ। ਧੀਆਂ ਦੀ, ਮਾਵਾਂ ਦੀ ਗੱਲ ਕਰਨੀ ਚਾਹੀਦੀ। ਕੋਈ ਧੀਆਂ ਨਹੀਂ ਹੋਣਗੀਆਂ, ਭੈਣਾਂ ਨਹੀਂ ਹੋਣਗੀਆਂ, ਤੇ ਮਾਵਾਂ ਵੀ ਨਹੀਂ ਹੋਣਗੀਆਂ ਆਉਣ ਵਾਲੇ ਸਮੇਂ ਵਿੱਚ। ਤੇ ਮੈਂ ਇੱਕ ਬਹੁਤ ਜਲਦੀ ਇਹ ਗੀਤ ਮੇਰਾ ਮਾਰਕੀਟ 'ਚ ਆਉਣ ਵਾਲਾ, ਪਿਛਲੇ ਸਾਲ ਵੀ ਸਟੇਜ 'ਤੇ ਗਾਇਆ ਸੀਗਾ, ਹੁਣ ਰਿਕਾਰਡ ਹੋ ਗਿਆ, ਬਹੁਤ ਜਲਦੀ ਆ ਜਾਏਗਾ। ਮੈਂ 2 ਲਾਈਨਾਂ ਉਹਦੀਆਂ ਬੋਲ ਕੇ ਤੁਹਾਨੂੰ ਸੁਣਾਉਣਾ ਚਾਹੁੰਦਾ। ਨਿੱਕੀਆਂ ਨਿੱਕੀਆਂ ਕਰਦਾ ਕੰਮ ਕਰਾਉਣ ਲੱਗਦੀਆਂ ਨੇ, ਘਰ ਦੇ ਕੰਮ ਵਿੱਚ ਮਾਂ ਦਾ ਹੱਥ ਵਟਾਉਣ ਲੱਗਦੀਆਂ ਨੇ,
ਫਿਰ ਵੀ ਧੀਆਂ ਜੰਮਣ ਤੇ ਕਿਉਂ ਸੋਚੀ ਪੈਨੇ ਹੋ ਜੱਗ ਵਾਲਿਓ ਪੁੱਤਰਾਂ ਦੀ ਕਿਹੜਾ ਛਾਵੇਂ ਬੈਨੇ ਹੋ ਜੱਗ ਵਾਲਿਓ ਪੁੱਤਰਾਂ ਦੀ ਕਿਹੜਾ ਛਾਵੇਂ ਬੈਨੇ ਹੋ। ਮੈਂ ਕਹਿਣਾ ਚਾਹੁੰਦੀ ਹਾਂ ਵੀ ਇਹ ਬਹੁਤ ਵੱਡਾ ਤੇ ਬਹੁਤ ਵਧੀਆ ਉਪਰਾਲਾ ਆ। ਥੈਂਕਸ ਕਰਦੇ ਹਾਂ ਪਿੰਦੂ ਜੌਲ ਜੀ, ਰਾਏ ਸਾਹਿਬ ਤੇ ਹੋਰ NRI ਵੀਰਾਂ ਦਾ ਜਿਨ੍ਹਾਂ ਨੇ ਧੀਆਂ ਦੀ ਅਹਿਮੀਅਤ ਇੰਨੀ ਜ਼ਿਆਦਾ ਵਧਾ ਦਿੱਤੀ ਵੀ ਅੱਜ 5100 ਧੀਆਂ ਦੀ ਲੋਹੜੀ ਪਿੰਡ ਘੋੜਕਾ ਦੇ ਵਿੱਚ ਮਨਾ ਰਹੇ। ਮੈਂ ਕਹਿੰਦੀ ਬਹੁਤ ਵੱਡੀ ਗੱਲ ਹੈ, ਬਹੁਤ ਵੱਡੀ ਗੱਲ ਹੈ। ਸੋ ਸਨੇਹਾ ਬਸ ਇਹੀ ਆ ਵੀ ਜਿੱਦਾਂ ਆਪਾਂ ਪੁੱਤਾਂ ਨੂੰ ਪਿਆਰ ਦਿੰਦੇ ਆ, ਪੁੱਤਾਂ ਨੂੰ ਅਹਿਮੀਅਤ ਦਿੰਦੇ ਆ, ਧੀਆਂ ਨੂੰ ਵੀ ਦੇ ਕੇ ਦੇਖੋ, ਕਿਉਂਕਿ ਆਪਾਂ ਨੂੰ ਸਾਰਿਆਂ ਨੂੰ ਆਪਣੀ ਸਮਾਜ ਦੀ ਸੱਚਾਈ ਪਤਾ ਹੀ ਆ ਕਿ ਕੀ ਹੁੰਦਾ ਹੈ। ਸੋ ਧੀਆਂ ਨੂੰ ਇੰਨੀ ਅਹਿਮੀਅਤ ਦਿਓ ਕਿ ਤੁਹਾਡਾ ਜਦੋਂ ਬੁਢਾਪਾ ਆਵੇ, ਕਿਉਂਕਿ ਅਕਸਰ ਕੰਮ ਧੀਆਂ ਹੀ ਆਉਂਦੀਆਂ ਆ, ਪੁੱਤ ਫੇਰ ਵੀ ਕਿਤੇ ਨਾ ਕਿਤੇ ਸਾਥ ਛੱਡ ਜਾਂਦੇ ਆ। ਪਰ ਮੈਂ ਕਿਸੇ ਨੂੰ ਗਲਤ ਨਹੀਂ ਕਹਿੰਦੀ, ਮੈਂ ਸਿਰਫ ਇੰਨਾ ਕਹਿੰਦੀ ਕਿ ਜਿੰਨਾ ਤੁਸੀਂ ਪੁੱਤਾਂ ਨੂੰ ਪਿਆਰ ਕਰਦੇ ਆ, ਕੋਸ਼ਿਸ਼ ਕਰੋ ਵੀ ਧੀਆਂ ਨੂੰ ਵੀ ਉਸ ਬਰਾਬਰ ਰੱਖੋ ਜਿਸ ਹਿਸਾਬ ਨਾਲ ਅੱਜ ਘੋੜਕੇ ਦੇ ਵਿੱਚ ਬਰਾਬਰ ਰੱਖਿਆ ਗਿਆ ਹੈ। ਸੋ ਮੈਂ ਥੈਂਕਸ ਕਰਦੀ ਹਾਂ ਵੀ ਉਹਨਾਂ ਨੇ ਧੀਆਂ ਦੀ ਇੰਨੀ ਅਹਿਮੀਅਤ ਵਧਾਈ ਹੋਈ ਆ, ਤੇ ਮੈਂ ਕਹਿੰਦੀ ਮੈਂ ਉਹਨਾਂ ਨੂੰ ਵਧਾਈ ਦੇ ਵੀ ਉਹ ਪਾਤਰ ਨੇ ਵੀ ਅੱਜ ਇੰਨਾ ਵੱਡਾ ਇਕੱਠ ਸੰਭਾਲਣਾ ਬਹੁਤ ਵੱਡੀ ਗੱਲ ਆ। ਤੁਸੀਂ ਭਾਜੀ ਹੁਣਾਂ ਨੇ ਦਿਖਾਇਆ ਹੋਣਾ ਤੁਹਾਨੂੰ ਬਾਹਰ ਦਾ ਮਾਹੌਲ ਕਿੰਨਾ ਕਰਾਊਡ ਇਕੱਠਾ ਹੋਇਆ। ਸੋ ਸ਼ੁਕਰਗੁਜ਼ਾਰ ਆ ਔਰ ਉਹਨਾਂ ਨੂੰ ਵਧਾਈ ਦਿੰਦੇ ਆ ਕਿ ਉਹਨਾਂ ਦਾ ਇਹ ਜਿਹੜਾ ਉਪਰਾਲਾ ਆ ਬਹੁਤ ਵੱਡਾ ਸਕਸੈਸਫੁਲ ਹੋਇਆ। ਅੱਜ ਕੁੜੀਆਂ ਹਰ ਖੇਤਰ ਦੇ ਵਿੱਚ ਅੱਗੇ ਆ ਰਹੀਆਂ ਆ, ਬਰਾਬਰ ਕੰਮ ਦੇ ਵਿੱਚ ਬਰਾਬਰ, ਪਰ ਸਾਡੇ ਸਮਾਜ ਵਿੱਚ ਉਹ ਦਰਜਾ ਅੱਜ ਵੀ ਧੀਆਂ ਨੂੰ ਮੁੰਡਿਆਂ ਤੋਂ ਘੱਟ ਕਾਹਦੇ ਸਮਝਿਆ ਜਾਂਦਾ, ਕੀ ਕਾਰਨ ਕੀ ਸਮਝਿਆ ਜਾਂਦਾ? ਵੈਸੇ ਇੱਕ ਗੱਲੋਂ ਤਾਂ ਮੈਂ ਇਹ ਕਹਾਂ, ਕਈ ਵਾਰੀ ਹੁੰਦਾ ਕਿ ਧੀਆਂ ਦੀ ਮੈਂ ਗਲਤੀ ਨਹੀਂ ਕਹਿ ਸਕਦੀ, ਉਹ ਟਾਈਮ ਪੀਰੀਅਡ ਇਦਾਂ ਦਾ ਹੁੰਦਾ ਆ ਕਿ ਜਿਹਦੇ ਵਿੱਚ ਕਿਤੇ ਨਾ ਕਿਤੇ ਕੋਈ ਨਾ ਕੋਈ ਗਲਤੀ ਹੋ ਜਾਂਦੀ ਆ। ਸੋ ਉਹਦਾ ਕਰਕੇ ਕੀ ਆ ਕਿ ਕਈ ਵਾਰੀ ਧੀਆਂ ਨੂੰ ਘੱਟ ਸਮਝਿਆ ਜਾਂਦਾ ਹੈ, ਸਾਡੀ ਇੱਜ਼ਤ ਸਮਝੀ ਜਾਂਦੀ ਆ। ਤੁਸੀਂ ਸਮਝ ਸਕਦੇ ਹੋਣੇ ਵੀ ਮੈਂ ਤੁਹਾਨੂੰ ਕੀ ਉਸ ਚੀਜ਼ ਦਾ ਜਵਾਬ ਦੇਣਾ ਚਾਹੁੰਦੀ ਆ। ਤੇ ਕਿਤੇ ਨਾ ਕਿਤੇ ਕਿਉਂਕਿ ਕਈ ਵਾਰੀ ਇਦਾਂ ਹੁੰਦਾ ਮੁੰਡੇ ਗਲਤੀ ਕਰ ਦਿੰਦੇ ਆ ਤਾਂ ਉਹਦੇ 'ਤੇ ਕਿਸੇ ਤਰੀਕੇ ਨਾਲ ਪਰਦਾ ਪਾ ਦਿੱਤਾ ਜਾਂਦਾ, ਤੇ ਕੁੜੀਆਂ ਦੇ ਕਿਤੇ ਨਾ ਕਿਤੇ ਉਹ ਚੀਜ਼ ਜਿਹੜੀ ਆ ਛੋਟੀ ਮੋਟੀ ਗਲਤੀ ਵੀ ਬਹੁਤ ਵੱਡੀ ਲੱਗਦੀ ਆ। ਸੋ ਇੱਕ ਉਹ ਰੀਜ਼ਨ ਹੋ ਸਕਦਾ ਵੀ ਕੁੜੀਆਂ ਨੂੰ ਘੱਟ ਸਮਝਿਆ ਜਾਂਦਾ, ਪਰ ਮੇਰੇ ਹਿਸਾਬ ਦੇ ਨਾਲ ਹੁਣ ਜਿਹੜਾ ਅੱਜ ਦਾ ਮਾਹੌਲ ਆ ਉਹਦੇ ਵਿੱਚ ਕੁੜੀਆਂ ਘੱਟ ਨਹੀਂ ਹੈਗੀਆਂ, ਹੁਣ ਤਾਂ ਬਹੁਤ ਕੰਮ ਅੱਗੇ ਨਿਕਲ ਚੁੱਕਿਆ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਜੌਲ ਫਾਰਮ ਘੋੜਕਾ ਵਿਖੇ ਖੜੇ ਹਾਂ ਤੇ ਇੱਥੇ ਹਰ ਸਾਲ ਕੁੜੀਆਂ ਦੀ ਲੋਹੜੀ ਮਨਾਈ ਜਾਂਦੀ ਹੈ। ਅਸੀਂ ਬਹੁਤ ਖੁਸ਼ਗੁਜ਼ਾਰ ਹਾਂ ਕਿ ਸਾਨੂੰ ਇੱਥੇ ਆਉਣ ਦਾ ਮੌਕਾ ਮਿਲਿਆ। ਸਾਡੇ ਸਕੂਲ ਦੀ ਪੂਰੀ ਟੀਮ ਇੱਥੇ ਪਰਫਾਰਮੈਂਸ ਦੇਣ ਆਈ ਹੈ। ਅਸੀਂ ਖੁਸ਼ਗੁਜ਼ਾਰ ਹਾਂ ਕਿ ਸਾਨੂੰ ਇੱਥੇ ਭਾਗ ਲੈਣ ਦਾ ਵੀ ਮੌਕਾ ਮਿਲਿਆ ਤੇ ਅਸੀਂ ਉਮੀਦ ਕਰਦੇ ਹਾਂ ਕਿ ਹਰ ਸਾਲ ਅਸੀਂ ਇੱਦਾਂ ਹੀ ਆਵਾਂਗੇ। ਧੰਨਵਾਦ।